ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 28 ਸਤੰਬਰ ਹੈ, ਦਿਨ ਮੰਗਲਵਾਰ ਹੈ। ਖਬਰਾਂ ਤੋਂ ਪਹਿਲਾਂ ਅਸੀਂ ਤੁਹਾਨੂੰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ 114ਵੇਂ ਜਨਮ ਦਿਵਸ ਦੀਆਂ ਵਧਾਈਆਂ ਦੇਵਾਂਗੇ। ਅੱਜ ਦੇ ਦਿਨ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਨਮ ਹੋਇਆ ਸੀ ਅਤੇ 23 ਮਾਰਚ 1931 ਨੂੰ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਸੀ। ਆਜ਼ਾਦੀ ਦੀ ਵੱਡੀ ਲੜਾਈ ਲੜੀ ਸੀ ਸ਼ਹੀਦ ਭਗਤ ਸਿੰਘ ਨੇ। ਤੇ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਇੱਕੋ ਹੀ ਸਵਾਲ ਮਨ ਦੇ ਵਿੱਚ ਉੱਠਦਾ ਹੈ ਕਿ ਕੀ ਅੱਜ ਅਸੀਂ ਭਗਤ ਸਿੰਘ ਦੇ ਸੁਪਨਿਆਂ ਵਾਲੇ ਮੁਲਕ ਦੇ ਵਿੱਚ ਬੈਠੇ ਹਾਂ ਜਾਂ ਫਿਰ ਉੱਥੇ ਹੀ ਖੜੇ ਹਾਂ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਸਵੇਰੇ 10:30 ਵਜੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਯਾਦਗਾਰ ਅਤੇ ਅਜਾਇਬ ਘਰ ਖਟਕੜ ਕਲਾਂ ਸ਼ਹੀਦ ਭਗਤ ਸਿੰਘ ਨਗਰ ਵਿੱਚ ਸ਼ਰਧਾ ਦੇ ਫੁੱਲ ਭੇਂਟ ਕਰਨਗੇ। ਅੱਜ ਸ਼ਾਮ ਨੂੰ 5:30 ਵਜੇ ਚੰਡੀਗੜ੍ਹ ਦੇ ਵਿੱਚ 3637 ਦੀਆਂ ਲਾਈਟਾਂ ਤੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਸ਼ਾਲ ਮਾਰਚ ਵੀ ਕੱਢਿਆ ਜਾਵੇਗਾ। ਕਿਸਾਨਾਂ ਦੇ ਵੱਲੋਂ ਵੀ ਅੱਜ ਦਿੱਲੀ ਮੋਰਚਿਆਂ ਸਮੇਤ ਆਪਣੇ ਹਰ ਮੋਰਚੇ ਤੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਕੀਤੇ ਜਾਣਗੇ ਅਤੇ ਅੱਜ ਦੇ ਦਿਨ ਨੂੰ ਕ੍ਰਾਂਤੀਕਾਰੀ ਦਿਵਸ ਵਜੋਂ ਮਨਾਇਆ ਜਾਵੇਗਾ। ਪੰਜਾਬ ਦੀ ਸਰਕਾਰ ਸ਼ਹੀਦ ਭਗਤ ਸਿੰਘ ਨੂੰ ਕਿੰਨੀ ਕੁ ਸਮਰਪਿਤ ਹੈ, ਇਸ ਦੀ ਜੇ ਇੱਕ ਨਿੱਕੀ ਜਿਹੀ ਮਿਸਾਲ ਦੇ ਦਈਏ ਤਾਂ ਪੰਜਾਬ ਸਰਕਾਰ ਨੇ ਲੰਘੇ 6 ਵਰ੍ਹਿਆਂ ਤੋਂ ਸ਼ਹੀਦ ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਹੀ ਨਹੀਂ ਦਿੱਤਾ। ਪੰਜਾਬ ਦਾ ਇਹ ਇਕਲੌਤਾ ਪੁਰਸਕਾਰ ਹੈ ਜੋ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਹੈ। 2 ਵਰ੍ਹਿਆਂ ਤੋਂ ਸਰਕਾਰ ਨੇ ਇਸ ਪੁਰਸਕਾਰ ਲਈ ਦਰਖਾਸਤਾਂ ਲੈਣ ਦੀ ਲੋੜ ਵੀ ਨਹੀਂ ਸਮਝੀ। ਹਾਲਾਂਕਿ ਕੇਂਦਰ ਸਰਕਾਰ ਵੱਲੋਂ ਕੌਮੀ ਯੁਵਕ ਪੁਰਸਕਾਰ ਰੈਗੂਲਰ ਦਿੱਤਾ ਜਾ ਰਿਹਾ ਹੈ। ਪੰਜਾਬ ਦੇ ਨੌਜਵਾਨਾਂ ਨੂੰ ਅੱਜ ਨਵੇਂ ਮੁੱਖ ਮੰਤਰੀ ਤੋਂ ਪੁਰਸਕਾਰਾਂ ਬਾਰੇ ਐਲਾਨਾਂ ਦੀ ਜ਼ਰੂਰ ਉਮੀਦ ਹੈ ਤੇ ਕਾਂਗਰਸ ਦੀ ਮੌਜੂਦਾ ਸਰਕਾਰ ਦੇ ਵੱਲੋਂ ਐਲਾਨੀ ਗਈ ਸ਼ਹੀਦ ਭਗਤ ਸਿੰਘ ਰੁਜ਼ਗਾਰ ਸਿਰਜਣ ਯੋਜਨਾ ਵੀ ਫਾਈਲਾਂ ਦਾ ਸ਼ਿੰਗਾਰ ਬਣ ਕੇ ਹੀ ਰਹਿ ਗਈ ਹੈ। ਇਸ ਸਕੀਮ ਦੇ ਤਹਿਤ 1 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਣਾ ਸੀ ਤੇ ਨੌਜਵਾਨਾਂ ਨੂੰ ਆਪਣਾ ਰੁਜ਼ਗਾਰ ਸ਼ੁਰੂ ਕਰਨ ਵਾਸਤੇ ਬੈਂਕ ਲੋਨ ਦੇ ਵਿਆਜ ਦੀ ਭਰਪਾਈ ਵਿੱਚ ਵਿੱਤੀ ਮਦਦ ਕੀਤੀ ਜਾਣੀ ਸੀ। ਸਰਕਾਰ ਨੇ ਇਸ ਵਾਸਤੇ 150 ਕਰੋੜ ਦਾ ਬਜਟ ਵੀ ਰਾਖਵਾਂ ਰੱਖਿਆ ਸੀ, ਪਰ ਸਕੀਮ ਤੇ 4.5 ਸਾਲਾਂ ਤੋਂ ਕੋਈ ਪੈਸਾ ਖਰਚ ਨਹੀਂ ਕੀਤਾ ਗਿਆ। ਬੰਗਾ 'ਚ ਪੈਂਦੇ ਪਿੰਡ ਖਟਕੜ ਕਲਾਂ ਦੇ ਵਿੱਚ ਕੱਲ ਸ਼ਹੀਦ ਭਗਤ ਸਿੰਘ ਸੇਵਾ ਸੁਸਾਇਟੀ ਦੇ ਵੱਲੋਂ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੇ ਆਦਮ ਕੱਦ ਬੁੱਤ ਸਥਾਪਿਤ ਕੀਤੇ ਗਏ। ਇਹਨਾਂ ਬੁੱਤਾਂ ਤੋਂ ਪਰਦਾ ਹਟਾਉਣ ਦੀ ਰਸਮ ਮਿਸਤਰੀ ਸੁਰਿੰਦਰਪਾਲ ਅਤੇ ਉਸਦੇ ਸਹਾਇਕ ਹਰਪਾਲ ਸਿੰਘ ਦੇ ਵੱਲੋਂ ਅਦਾ ਕੀਤੀ ਗਈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪੰਜਾਬ ਦੇ ਅਖਬਾਰਾਂ ਦੇ ਵਿੱਚ ਵੱਡੇ ਇਸ਼ਤਿਹਾਰ ਦਿੱਤੇ ਨੇ। ਉਹਨਾਂ ਕਿਹਾ ਕਿ ਅੱਜ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਦਿੱਲੀ ਦੇ ਸਕੂਲਾਂ ਦੇ ਵਿੱਚ ਦੇਸ਼ ਭਗਤੀ ਪਾਠਕ੍ਰਮ ਦੀ ਸ਼ੁਰੂਆਤ ਕੀਤੀ ਜਾਏਗੀ। ਹੁਣ ਇਸ ਦੇਸ਼ ਭਗਤੀ ਪਾਠਕ੍ਰਮ ਦੇ ਵਿੱਚ ਹੋਵੇਗਾ ਕਿ ਇਹ ਤਾਂ ਸਿਲੇਬਸ ਆਉਣ ਤੇ ਹੀ ਪਤਾ ਲੱਗੇਗਾ। ਕਿਸਾਨਾਂ ਦੇ ਭਾਰਤ ਬੰਦ ਦੀ ਗੱਲ ਕਰ ਲਈਏ ਤਾਂ ਕੱਲ ਭਾਰਤ ਬੰਦ ਨੂੰ ਪੂਰਬ ਤੋਂ ਪੱਛਮ, ਉੱਤਰ ਤੋਂ ਦੱਖਣ ਤੱਕ ਪੂਰਾ ਭਰਵਾਂ ਹੁੰਗਾਰਾ ਮਿਲਿਆ। ਪੰਜਾਬ ਤੇ ਹਰਿਆਣਾ ਮੁਕੰਮਲ ਬੰਦ ਰਹੇ। ਕਿਸਾਨ ਮੋਰਚੇ ਦੇ ਦੱਸਣ ਮੁਤਾਬਿਕ ਪੰਜਾਬ ਦੇ ਵਿੱਚ 500 ਤੋਂ ਵੱਧ ਥਾਵਾਂ ਤੇ ਸੜਕਾਂ ਜਾਮ ਰਹੀਆਂ। ਕਿਸਾਨ ਲੀਡਰਾਂ ਨੇ ਸੰਤੁਸ਼ਟੀ ਜਤਾਈ ਹੈ ਕਿ ਬੰਦ ਪੂਰੀ ਤਰ੍ਹਾਂ ਦੇ ਨਾਲ ਸਫਲ ਰਿਹਾ ਤੇ ਉਹਨਾਂ ਨੇ ਲੋਕਾਂ ਦਾ ਧੰਨਵਾਦ ਕੀਤਾ। ਕਿਸਾਨ ਲੀਡਰਾਂ ਦੇ ਮੁਤਾਬਿਕ ਕਿਸਾਨਾਂ ਦੇ ਇਸ ਬੰਦ ਨੇ ਸਭ ਦੇ ਮੂੰਹ ਬੰਦ ਕਰ ਦਿੱਤੇ ਨੇ। ਕਿਹਾ ਜਾ ਸਕਦਾ ਹੈ ਕਿਸਾਨਾਂ ਦਾ ਭਾਰਤ ਬੰਦ ਸਰਕਾਰ ਦੀ ਬੋਲਤੀ ਬੰਦ ਕਰਵਾ ਗਿਆ ਤੇ ਸਭ ਤੋਂ ਅਹਿਮ ਗੱਲ ਰਹੀ ਕਿ 10 ਘੰਟਿਆਂ ਦਾ ਇਹ ਬੰਦ ਪੂਰੀ ਤਰ੍ਹਾਂ ਦੇ ਨਾਲ ਸ਼ਾਂਤਮਈ ਰਿਹਾ। ਕੱਲ ਪੰਜਾਬ ਦੀ ਨਵੀਂ ਬਣੀ ਸਰਕਾਰ ਦੀ ਨਵੀਂ ਕੈਬਨਿਟ ਨੇ ਪਹਿਲੀ ਕੈਬਨਿਟ ਬੈਠਕ ਕੀਤੀ ਅਤੇ ਕੇਂਦਰ ਸਰਕਾਰ ਨੂੰ ਕਿਸਾਨ ਧਿਰਾਂ ਦੇ ਨਾਲ ਫੌਰੀ ਗੱਲਬਾਤ ਕਰਨ ਦੀ ਅਪੀਲ ਇਸ ਕੈਬਨਿਟ ਦੇ ਵੱਲੋਂ ਕੀਤੀ ਗਈ ਹੈ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਹੋਈ ਪਹਿਲੀ ਬੈਠਕ ਤਕਰੀਬਨ ਕਿਸਾਨੀ ਮੁੱਦਿਆਂ ਤੇ ਹੀ ਕੇਂਦਰਿਤ ਰਹੀ। ਪੰਜਾਬ ਕੈਬਨਿਟ ਨੇ ਕਿਸਾਨਾਂ ਦੀਆਂ ਫਸਲਾਂ ਦੇ ਮੁੱਲ ਲਈ ਘੱਟੋ ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਹੱਕ ਬਣਾਉਣ ਦੀ ਮੰਗ ਕੀਤੀ। ਸਰਕਾਰੀ ਏਜੰਸੀਆਂ ਵੱਲੋਂ ਐਕਵਾਇਰ ਕੀਤੀ ਜ਼ਮੀਨ ਦਾ ਢੁਕਵਾਂ ਮੁਆਵਜ਼ਾ ਨਾ ਮਿਲਣ ਦਾ ਮੁੱਦਾ ਵੀ ਕੈਬਨਿਟ ਦੇ ਵਿੱਚ ਉੱਠਿਆ। ਮੁੱਖ ਮੰਤਰੀ ਨੇ ਪਿੰਡਾਂ ਦੇ ਸਰਪੰਚਾਂ ਤੇ ਸ਼ਹਿਰੀ ਕੌਂਸਲਰਾਂ ਤੋਂ ਇਲਾਵਾ ਸਰਕਾਰੀ ਪ੍ਰਤੀਨਿਧਾਂ ਦੇ ਲਈ ਇੱਕ ਵੱਡੀ ਰਾਹਤ ਦਾ ਐਲਾਨ ਕੀਤਾ ਹੈ। ਵਿਸਥਾਰ ਦੇ ਵਿੱਚ ਦੱਸਾਂਗੇ। ਮੀਟਿੰਗ ਦੇ ਵਿੱਚ ਮੁੱਖ ਮੰਤਰੀ ਚੰਨੀ ਦੇ ਲਹਿਜ਼ੇ ਤੋਂ ਸਰਕਾਰੀ ਅਧਿਕਾਰੀਆਂ ਤੇ ਮੰਤਰੀਆਂ ਨੂੰ ਵੀ ਹੁਣ ਕੰਨ ਹੋ ਗਏ ਨੇ ਕਿ ਕੰਮ ਕਰੇ ਬਿਨਾ ਹੁਣ ਨਹੀਂ ਸਰਨਾ। ਕੈਬਨਿਟ ਦੇ ਵਿੱਚ ਇਹ ਵੀ ਫੈਸਲਾ ਹੋਇਆ ਕਿ ਸਾਰੇ ਮੰਤਰੀ ਕਿਸਾਨ ਸੰਘਰਸ਼ ਦੌਰਾਨ ਜਾਨਾਂ ਗਵਾ ਚੁੱਕੇ ਮ੍ਰਿਤਕ ਕਿਸਾਨਾਂ ਤੇ ਮਜ਼ਦੂਰਾਂ ਦੇ ਘਰਾਂ ਦੇ ਵਿੱਚ ਨਿੱਜੀ ਤੌਰ ਤੇ ਜਾ ਕੇ ਉਹਨਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀਆਂ ਦੇ ਲਈ ਨਿਯੁਕਤੀ ਪੱਤਰ ਸੌਂਪਣਗੇ। ਮੁੱਖ ਮੰਤਰੀ ਨੇ ਕਿਹਾ ਕਿ ਤਕਰੀਬਨ 155 ਨਿਯੁਕਤੀ ਪੱਤਰ ਤਿਆਰ ਨੇ। 1 ਹਫ਼ਤੇ ਦੇ ਅੰਦਰ ਇਹ ਵੰਡ ਦੇਣੇ ਚਾਹੀਦੇ ਨੇ। ਸੀਐਮ ਚੰਨੀ ਨੇ ਆਪਣੀ ਸੁਰੱਖਿਆ ਵਿੱਚ ਕਟੌਤੀ ਕਰਨ ਦੇ ਲਈ ਪੰਜਾਬ ਦੇ ਡੀਜੀਪੀ ਨੂੰ ਚਿੱਠੀ ਵੀ ਲਿਖ ਦਿੱਤੀ ਹੈ ਤੇ ਨਾਲੇ ਕੈਬਨਿਟ ਮੀਟਿੰਗ ਦੇ ਵਿੱਚ ਵੀ ਮੁੱਖ ਮੰਤਰੀ ਨੇ ਵਜ਼ੀਰਾਂ ਨੂੰ ਵੀਆਈਪੀ ਕਲਚਰ ਦੇ ਖਾਤਮੇ ਦੇ ਮੱਦੇਨਜ਼ਰ ਆਪਣੇ ਨਾਲ ਤੈਨਾਤ ਸੁਰੱਖਿਆ ਮੁਲਾਜ਼ਮਾਂ ਦੀ ਗਿਣਤੀ ਨਿਰਦੇਸ਼ਾਂ ਮੁਤਾਬਿਕ ਘੱਟੋ ਘੱਟ ਰੱਖਣ ਦੀ ਹਦਾਇਤ ਕੀਤੀ ਤਾਂ ਜੋ ਆਮ ਲੋਕਾਂ ਨੂੰ ਬੇਲੋੜੀਆਂ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ। ਮੁੱਖ ਮੰਤਰੀ ਨੇ ਵਜ਼ੀਰਾਂ ਨੂੰ ਇਹ ਵੀ ਕਹਿ ਦਿੱਤਾ ਕਿ ਲੋਕਾਂ ਨੂੰ ਚੰਗਾ ਸ਼ਾਸਨ
ਸਮ ਦੇਣ ਲਈ ਹੁਣ ਵਾਧੂ ਸਮਾਂ ਕੰਮ ਕਰੋ। ਪੰਜਾਬ ਸਰਕਾਰ ਨੇ ਆਖਿਰਕਾਰ ਪੰਜਾਬ ਦਾ ਨਵਾਂ ਐਡਵੋਕੇਟ ਜਨਰਲ ਨਿਯੁਕਤ ਕਰ ਹੀ ਦਿੱਤਾ ਹੈ। 2-3 ਨਾਵਾਂ ਦੇ ਐਲਾਨ ਤੋਂ ਬਾਅਦ ਆਖਿਰਕਾਰ ਜਿਹੜਾ ਨਾਮ ਫਾਈਨਲ ਹੋਇਆ ਉਹ APS ਦਿਓਲ ਅਮਰਪ੍ਰੀਤ ਸਿੰਘ ਦਿਓਲ ਦਾ ਨਾਮ ਹੈ। ਦਿਓਲ ਉਹੀ ਵਕੀਲ ਨੇ ਜਿਹੜੇ ਕਿ ਸੁਮੇਧ ਸੈਣੀ ਦੇ ਕੇਸ ਲੜ ਰਹੇ ਨੇ। ਸੁਮੇਧ ਸੈਣੀ ਨੂੰ ਜਿਸ ਦਿਨ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਸੁਰੱਖਿਆ ਛਤਰੀ ਮਿਲੀ ਸੀ ਤਾਂ APS ਦਿਓਲ ਆਪਣੀ ਕਾਮਯਾਬੀ ਤੇ ਝੂਮਦੇ ਦਿਖਾਈ ਦੇ ਰਹੇ ਸੀ ਤੇ APS ਦਿਓਲ ਦੀ ਨਿਯੁਕਤੀ ਦੇ ਨਾਲ ਪੰਜਾਬ ਦੇ ਵਿੱਚ ਚਰਚਾ ਵੀ ਛਿੜ ਗਈ ਹੈ ਕਿ ਇੱਕ ਦਾਗੀ ਤੇ ਸਾਬਕਾ ਪੁਲਿਸ ਅਧਿਕਾਰੀ ਨੂੰ ਬਚਾਉਣ ਦੇ ਲਈ ਜਿਹੜੇ ਵਕੀਲ ਨੇ ਪੂਰੀ ਵਾਹ ਲਾ ਰੱਖੀ ਹੈ ਉਸ ਨੂੰ ਪੰਜਾਬ ਦਾ ਐਡਵੋਕੇਟ ਜਨਰਲ ਨਿਯੁਕਤ ਕੀਤਾ ਗਿਆ ਤਾਂ ਕੀ ਆਸ ਰੱਖੀ ਜਾ ਸਕਦੀ ਹੈ। ਡੀਜ਼ਲ ਦੇ ਭਾਅ ਦੇ ਵਿੱਚ ਲਗਾਤਾਰ ਦੂਸਰੇ ਦਿਨ ਫਿਰ ਵਾਧਾ ਕੀਤਾ ਗਿਆ ਹੈ। 25 ਪੈਸੇ ਫਿਰ ਵਧਾ ਦਿੱਤਾ ਗਿਆ। ਡੀਜ਼ਲ ਇੱਕ ਦਿਨ ਪਹਿਲਾਂ ਵੀ 25 ਪੈਸੇ ਵਾਧਾ ਕੀਤਾ ਗਿਆ ਸੀ ਤੇ ਉਸ ਤੋਂ 2 ਦਿਨ ਪਹਿਲਾਂ 20 ਪੈਸੇ ਦਾ ਵਾਧਾ ਕੀਤਾ ਗਿਆ ਸੀ। ਅਮਰੀਕਾ ਤੋਂ ਇੱਕ ਵੱਡੀ ਖਬਰ ਹੈ ਸਿੱਖ ਭਾਈਚਾਰੇ ਦੇ ਲਈ, ਜਿੱਥੇ ਜਲ ਸੈਨਾ ਦੇ 246 ਸਾਲਾ ਇਤਿਹਾਸ ਦੇ ਵਿੱਚ ਦਸਤਾਰ ਸਮੇਤ ਡਿਊਟੀ ਕਰਨ ਦੀ ਇਜਾਜ਼ਤ ਹਾਸਲ ਕਰਨ ਵਾਲਾ ਪਹਿਲਾ ਸਿੱਖ ਨੌਜਵਾਨ 26 ਸਾਲ ਦਾ ਹੈ। 26 ਸਾਲਾ ਸਿੱਖ ਅਮਰੀਕੀ ਜਲ ਸੈਨਾ ਅਧਿਕਾਰੀ ਨੂੰ ਕੁਝ ਸ਼ਰਤਾਂ ਦੇ ਨਾਲ ਦਸਤਾਰ ਸਜਾ ਕੇ ਡਿਊਟੀ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਨਿਊਯਾਰਕ ਟਾਈਮਜ਼ ਦੀ ਖਬਰ ਦੇ ਮੁਤਾਬਿਕ ਲਗਭਗ 5 ਸਾਲ ਤੋਂ ਹਰ ਸਵੇਰੇ ਲੈਫਟੀਨੈਂਟ ਸੁਖਬੀਰ ਤੂਰ ਅਮਰੀਕੀ ਜਲ ਸੈਨਾ ਕੋਰ ਦੀ ਵਰਦੀ ਪਹਿਨਦੇ ਆਏ ਨੇ ਤੇ ਵੀਰਵਾਰ ਨੂੰ ਸਿਰ ਤੇ ਦਸਤਾਰ ਸਜਾਉਣ ਦੀ ਇੱਛਾ ਵੀ ਉਹਨਾਂ ਦੀ ਪੂਰੀ ਹੋ ਗਈ। ਤੂਰ ਨੇ ਇੰਟਰਵਿਊ ਦਿੰਦਿਆਂ ਦੱਸਿਆ ਕਿ ਆਖਿਰਕਾਰ ਮੈਨੂੰ ਮੇਰੇ ਵਿਸ਼ਵਾਸ ਤੇ ਦੇਸ਼ ਵਿੱਚੋਂ ਕਿਸੇ ਇੱਕ ਨੂੰ ਚੁਣਨ ਦੀ ਨੌਬਤ ਨਹੀਂ ਆਈ। ਮੈਂ ਜਿਹੋ ਜਿਹਾ ਹਾਂ ਉਸੇ ਤਰ੍ਹਾਂ ਹੀ ਰਹਿੰਦਿਆਂ ਦੋਵਾਂ ਦਾ ਸਤਿਕਾਰ ਕਰਦਾ। ਤੂਰ ਨੇ ਇਸ ਹੱਕ ਨੂੰ ਹਾਸਲ ਕਰਨ ਲਈ ਲੰਬਾ ਸੰਘਰਸ਼ ਕੀਤਾ। ਇਸ ਸਾਲ ਜਦੋਂ ਉਹਨਾਂ ਨੂੰ ਤਰੱਕੀ ਮਿਲੀ ਤੇ ਕੈਪਟਨ ਬਣੇ ਤਾਂ ਉਹਨਾਂ ਦੀ ਅਪੀਲ ਦਾ ਫੈਸਲਾ ਕੀਤਾ ਗਿਆ। ਬੰਦ ਨਾਲ ਜੁੜੀ ਇੱਕ ਹੋਰ ਜਾਣਕਾਰੀ ਤੁਹਾਨੂੰ ਦੇ ਦਿੰਦੇ ਹਾਂ ਕਿ ਕੱਲ ਭਾਰਤ ਬੰਦ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਉਸੇ ਤਰ੍ਹਾਂ ਖੁੱਲ੍ਹੇ ਰਹੇ। ਕਿਸਾਨਾਂ ਅਤੇ ਮੁਲਾਜ਼ਮਾਂ ਦੇ ਵਿੱਚ ਵੀ ਰੋਸ ਦੇਖਣ ਨੂੰ ਮਿਲਿਆ, ਯਾਨੀ ਕਿ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਵੀ ਇਸ ਬੰਦ ਦੇ ਵਿੱਚ ਕਮੇਟੀ ਦੇ ਵੱਲੋਂ ਸਮਰਥਨ ਨਾ ਦਿੱਤੇ ਜਾਣ ਤੋਂ ਖਫਾ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਬੰਦ ਦਾ ਸਮਰਥਨ ਕਿਉਂ ਨਹੀਂ ਕੀਤਾ ਗਿਆ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ, ਪਰ ਸੰਕੇਤ ਮਿਲ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਕਿਸਾਨਾਂ ਦੇ ਦਰਮਿਆਨ ਕੁਝ ਚੰਗਾ ਨਹੀਂ ਹੈ। ਇਸ ਬਾਰੇ SGPC ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮੈਂ 2 ਦਿਨਾਂ ਲਈ ਸੂਬੇ ਤੋਂ ਬਾਹਰ ਹਾਂ। ਹਾਲਾਂਕਿ ਕਮੇਟੀ ਨੇ ਆਪਣੇ ਸਾਰੇ ਵਿਦਿਅਕ ਅਦਾਰਿਆਂ ਦੇ ਵਿੱਚ ਤਾਂ ਛੁੱਟੀ ਕੀਤੀ ਸੀ, ਪਰ ਮੁੱਖ ਦਫ਼ਤਰ ਖੁੱਲ੍ਹਾ ਰਹਿਣ ਕਰਕੇ ਕਿਸਾਨਾਂ ਦੇ ਵਿੱਚ ਰੋਸ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ। ਸਭ ਤੋਂ ਪਹਿਲਾਂ ਗੱਲ ਕਰਾਂਗੇ ਭਾਰਤ ਬੰਦ ਦੀ। ਕੇਂਦਰ ਸਰਕਾਰ ਦੇ 3 ਖੇਤੀ ਕਾਨੂੰਨਾਂ ਖਿਲਾਫ ਵੱਖ-ਵੱਖ ਕਿਸਾਨ ਯੂਨੀਅਨਾਂ ਦੀ ਨੁਮਾਇੰਦਗੀ ਕਰਦੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਜ਼ਬਰਦਸਤ ਹੁੰਗਾਰਾ ਮਿਲਿਆ। ਕਿਸਾਨਾਂ ਨੇ ਇਸ ਬੰਦ ਨੂੰ ਸ਼ਾਂਤੀਪੂਰਵਕ ਸਫਲ ਬਣਾਉਣ ਦੇ ਲਈ ਦੇਸ਼ਵਾਸੀਆਂ ਦਾ ਧੰਨਵਾਦ ਕੀਤਾ। ਕਿਤੇ ਵੀ ਕੋਈ ਅਣਸੁਖਾਵੀਂ ਘਟਨਾ ਵਾਪਰਨ ਤੋਂ ਬਚਾ ਰਿਹਾ। ਪੰਜਾਬ ਦੇ ਵਿੱਚ ਤਾਂ ਸਰਕਾਰ ਨੇ ਵੀ ਪੂਰਾ ਸਾਥ ਦਿੱਤਾ। ਪੁਲਿਸ ਹਮਾਇਤ ਕਰਦੀ ਨਜ਼ਰ ਆਈ। ਬੰਦ ਕਰਕੇ ਦੇਸ਼ ਦੇ ਕਈ ਹਿੱਸਿਆਂ ਖਾਸ ਕਰਕੇ ਪੰਜਾਬ, ਹਰਿਆਣਾ ਤੇ ਪੱਛਮੀ ਯੂਪੀ ਦੇ ਵਿੱਚ ਆਮ ਜਨਜੀਵਨ ਲੀਹੋਂ ਲੱਥ ਗਿਆ ਸੀ। ਪੰਜਾਬ, ਹਰਿਆਣਾ ਸਮੇਤ ਵੱਖ-ਵੱਖ ਥਾਵਾਂ ਤੇ ਪ੍ਰਦਰਸ਼ਨਕਾਰੀਆਂ ਨੇ ਕੌਮੀ ਸ਼ਾਹਰਾਹਾਂ ਤੇ ਪ੍ਰਮੁੱਖ ਸੜਕਾਂ ਜਾਮ ਕਰ ਦਿੱਤੀਆਂ। ਪੰਜਾਬ ਦੇ ਵਿੱਚ ਭਾਰਤ ਬੰਦ ਦੇ ਸੱਦੇ ਨੂੰ ਭਰਵੀਂ ਹਮਾਇਤ ਮਿਲੀ। ਕਿਸਾਨਾਂ ਨੇ ਸੂਬੇ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਹਾਈਵੇ ਜਾਮ ਕਰ ਦਿੱਤੇ। ਪਿੰਡਾਂ ਦੇ ਵਿੱਚ ਵੀ ਜਾਮ ਲੱਗੇ ਦਿਖਾਈ ਦਿੱਤੇ। ਕਿਸਾਨਾਂ ਤੋਂ ਬਿਨਾਂ ਮੁਲਾਜ਼ਮ ਵਰਗ ਤੇ ਹੋਰ ਵੀ ਲੋਕ ਆਪੋ ਆਪਣੀਆਂ ਦੁਕਾਨਾਂ ਤੇ ਹੋਰ ਕਾਰੋਬਾਰ ਬੰਦ ਕਰਕੇ ਵੱਖ-ਵੱਖ ਥਾਈਂ ਲੱਗੇ ਧਰਨਿਆਂ ਦੇ ਵਿੱਚ ਸ਼ਾਮਿਲ ਹੋਏ। ਜ਼ਿਆਦਾਤਰ ਵਿਦਿਅਕ ਅਦਾਰੇ ਬੰਦ ਰਹੇ, ਸਰਕਾਰੀ ਦਫ਼ਤਰ ਵੀ ਬੰਦ ਰਹੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕਿਹਾ ਕਿ ਪੰਜਾਬ ਤੇ ਭਾਰਤ ਬੰਦ ਦੀ ਕਾਲ ਸਫਲ ਹੋਈ ਹੈ। ਅੰਮ੍ਰਿਤਸਰ ਦੇ ਵਿੱਚ 30 ਥਾਵਾਂ ਅਤੇ ਪੰਜਾਬ ਦੇ ਵਿੱਚ ਜਥੇਬੰਦੀ ਦੇ ਵੱਲੋਂ ਕੁੱਲ 84 ਥਾਵਾਂ ਤੇ ਰੇਲ ਤੇ ਸੜਕੀ ਆਵਾਜਾਈ ਜਾਮ ਕੀਤੀ ਗਈ। ਗੋਲਡਨ ਗੇਟ ਅਤੇ ਦੇਵੀਦਾਸਪੁਰ ਰੇਲ ਲਾਈਨ ਤੇ ਹਜ਼ਾਰਾਂ ਦੇ ਇਕੱਠ ਹੋਏ ਤੇ ਇਸ ਜਥੇਬੰਦੀ ਦੇ ਵੱਲੋਂ 28 ਸਤੰਬਰ ਨੂੰ DC ਦਫ਼ਤਰ ਮੋਰਚੇ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਗਿਆ। ਕਈ ਥਾਵਾਂ ਤੇ ਕਿਸਾਨਾਂ ਨੇ ਰੇਲ ਮਾਰਗਾਂ ਨੂੰ ਵੀ ਰੋਕਿਆ, ਜਿਸ ਕਰਕੇ ਰੇਲ ਆਵਾਜਾਈ ਵਿੱਚ ਅੜਿੱਕਾ ਪਿਆ। ਉੱਤਰੀ ਰੇਲਵੇ ਦੇ ਬੁਲਾਰੇ ਨੇ ਕਿਹਾ ਕਿ ਦਿੱਲੀ, ਅੰਬਾਲਾ ਤੇ ਫਿਰੋਜ਼ਪੁਰ ਡਿਵੀਜ਼ਨਾਂ ਦੇ ਵਿੱਚ 20 ਤੋਂ ਵੱਧ ਥਾਵਾਂ ਤੇ ਕਿਸਾਨਾਂ ਵੱਲੋਂ ਜਾਮ ਲਾਏ ਜਾਣ ਦੀਆਂ ਰਿਪੋਰਟਾਂ ਮਿਲੀਆਂ, ਜਿਸ ਕਾਰਨ ਲਗਭਗ 25 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਤੋਂ ਅੰਮ੍ਰਿਤਸਰ ਸ਼ਾਨੇ ਪੰਜਾਬ, ਨਵੀਂ ਦਿੱਲੀ ਤੋਂ ਮੋਗਾ ਐਕਸਪ੍ਰੈਸ, ਪੁਰਾਣੀ ਦਿੱਲੀ ਤੋਂ ਪੇਹਾ ਜੋਤ ਐਕਸਪ੍ਰੈਸ, ਦਿੱਲੀ ਕਟੜਾ ਵੰਦੇ ਮਾਤਰਮ ਐਕਸਪ੍ਰੈਸ ਤੇ ਅੰਮ੍ਰਿਤਸਰ ਸ਼ਤਾਬਦੀ ਸਮੇਤ ਕਈ ਹੋਰ ਰੇਲ ਗੱਡੀਆਂ ਪ੍ਰਭਾਵਿਤ ਹੋਈਆਂ। ਉੱਤਰੀ ਭਾਰਤ ਵਿੱਚ ਕਈ ਰੇਲ ਗੱਡੀਆਂ ਰੱਦ ਹੋਣ ਕਰਕੇ ਜਾਂ ਫਿਰ ਦੇਰੀ ਨਾਲ ਚੱਲਣ ਕਰਕੇ ਤੇ ਸਰਹੱਦਾਂ ਤੇ ਆਵਾਜਾਈ ਨੂੰ ਰੋਕਣ ਕਰਕੇ ਵੱਡੇ ਪੱਧਰ ਤੇ ਆਵਾਜਾਈ ਠੱਪ ਹੋ ਗਈ। ਲੋਕਾਂ ਨੂੰ ਖਾਸੀਆਂ ਮੁਸ਼ਕਲਾਂ ਆਈਆਂ। ਬੰਦ ਦਾ ਵਧੇਰੇ ਅਸਰ ਗੁੜਗਾਉਂ, ਗਾਜ਼ੀਆਬਾਦ ਤੇ ਨੋਇਡਾ ਸਮੇਤ ਦਿੱਲੀ NCR ਦੇ ਵਿੱਚ ਵੀ ਨਜ਼ਰ ਆਇਆ। ਕਿਸਾਨਾਂ ਦੇ ਵੱਲੋਂ ਸੜਕਾਂ ਜਾਮ ਕੀਤੇ ਜਾਣ ਕਰਕੇ ਚਾਰੇ ਪਾਸੇ ਸੁੰਨ ਪਸਰੀ ਦਿਖਾਈ ਦਿੱਤੀ। ਪੰਜਾਬ ਦੇ ਵਿੱਚ ਸਾਰੇ ਬਾਜ਼ਾਰ ਬੰਦ ਨਜ਼ਰ ਆਏ। ਸਿਰਫ ਜ਼ਰੂਰੀ ਵਸਤੂਆਂ ਦੀਆਂ, ਮੈਡੀਕਲ ਸੇਵਾਵਾਂ ਦੀਆਂ ਦੁਕਾਨਾਂ ਹੀ ਖੁੱਲੀਆਂ ਹੋਈਆਂ ਸਨ। ਪੁਲਿਸ ਪ੍ਰਸ਼ਾਸਨ ਨੇ ਵੀ ਕਿਸਾਨਾਂ ਦਾ ਸਾਥ ਦਿੱਤਾ।
ਬੰਦ ਨੂੰ ਭਾਰਤ ਸਮੇਤ ਵਿਦੇਸ਼ਾਂ ਤੋਂ ਵੀ ਹੁੰਗਾਰਾ ਮਿਲਿਆ। ਕੈਨੇਡਾ ਤੇ ਇੰਗਲੈਂਡ ਦੇ ਕਈ ਸ਼ਹਿਰਾਂ ਦੇ ਵਿੱਚ ਪ੍ਰਦਰਸ਼ਨ ਹੋਏ। ਦਿੱਲੀ ਦੇ ਵਿੱਚ ਕਾਰੋਬਾਰ ਬੇਸ਼ੱਕ ਚੱਲਦੀ ਰਹੀ, ਪਰ ਦਿੱਲੀ ਬਾਰਡਰਾਂ ਤੇ ਕਿਸਾਨਾਂ ਦੇ ਵੱਲੋਂ ਵੱਡੇ ਜਾਮ ਲਾਏ ਗਏ। ਕਰਨਾਟਕ ਦੀ ਰਾਜਧਾਨੀ ਬੰਗਲੁਰੂ ਦੇ ਵਿੱਚ ਵੀ ਕੰਨੜ ਜਥੇਬੰਦੀ ਦੇ ਕਾਰਕੁਨਾਂ ਨੇ ਭਾਰਤ ਬੰਦ ਦੇ ਮੱਦੇਨਜ਼ਰ ਸੜਕਾਂ ਜਾਮ ਕਰ ਦਿੱਤੀਆਂ। ਹਾਲਾਂਕਿ ਪੁਲਿਸ ਉਹਨਾਂ ਨੂੰ ਉੱਥੋਂ ਜਬਰੀ ਚੁੱਕ ਕੇ ਲੈ ਗਈ। ਗੁਹਾਟੀ ਦੇ ਵਿੱਚ ਸੋਸ਼ਲਿਸਟ ਯੂਨਿਟੀ ਸੈਂਟਰ ਆਫ ਇੰਡੀਆ ਦੇ ਕਾਰਕੁਨਾਂ ਨੇ ਰੋਸ ਮਾਰਚ ਕੱਢਿਆ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਸਾਨਾਂ ਦੇ ਭਾਰਤ ਬੰਦ ਦੀ ਹਮਾਇਤ ਕੀਤੀ। ਤਾਮਿਲਨਾਡੂ ਦੇ ਵਿੱਚ ਕਿਸਾਨ ਅੰਦੋਲਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਦੇ ਵੱਲੋਂ ਲਾਏ ਗਏ ਬੈਰੀਕੇਡਾਂ ਨੂੰ ਤੋੜ ਕੇ ਅੱਗੇ ਵਧ ਗਏ। ਪੁਲਿਸ ਨੇ ਕੁਝ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਹਰਿਆਣਾ ਦੇ ਸੋਨੀਪਤ ਰੇਲਵੇ ਸਟੇਸ਼ਨ ਤੇ ਕਿਸਾਨਾਂ ਨੇ ਇਕੱਠ ਕਰਕੇ ਦਿੱਲੀ ਵੱਲ ਜਾ ਰਹੀ ਮਾਲ ਗੱਡੀ ਨੂੰ ਰੋਕਿਆ। ਕਿਸਾਨਾਂ ਨੇ ਕਿਹਾ, ਅਸੀਂ ਸ਼ਾਂਤੀ ਨਾਲ ਧਰਨਾ ਦੇ ਰਹੇ ਹਾਂ, ਕਿਸੇ ਤਰ੍ਹਾਂ ਦੇ ਨਾਲ ਵੀ ਅਸੀਂ ਕਾਨੂੰਨ ਨੂੰ ਹੱਥ ਵਿੱਚ ਨਹੀਂ ਲਵਾਂਗੇ। ਭਾਰਤ ਬੰਦ ਨੂੰ ਲੈ ਕੇ ਪੁਲਿਸ ਵੀ ਪੂਰੀ ਤਰ੍ਹਾਂ ਮੁਸਤੈਦ ਰਹੀ। 4 ਵਜੇ ਪੂਰਾ ਭਾਰਤ ਖੁੱਲਣ ਤੋਂ ਬਾਅਦ ਕਿਸਾਨਾਂ ਨੇ ਲੋਕਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਅੱਜ ਦੇ ਭਾਰਤ ਬੰਦ ਨੂੰ ਇਤਿਹਾਸਿਕ ਅਤੇ ਸਫਲ ਬਣਾਉਣ ਦੇ ਲਈ ਸਾਰੇ ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ, ਕਰਮਚਾਰੀਆਂ ਅਤੇ ਸਮਾਜ ਦੇ ਸਾਰੇ ਵਰਗਾਂ ਦਾ ਧੰਨਵਾਦ। ਕਿਸਾਨ ਮੋਰਚੇ ਨੇ ਕਿਹਾ ਕਿ ਕੇਂਦਰ ਸਰਕਾਰ ਤੇ ਭਾਜਪਾ ਇਹ ਜਾਣ ਲਵੇ ਕਿ ਕਿਸਾਨ ਅੰਦੋਲਨ ਦੀ ਜਿਹੜੀ ਗਤੀ ਹੈ, ਰਫ਼ਤਾਰ ਹੈ, ਦਿਨੋਂ ਦਿਨ ਵੱਧ ਰਹੀ ਹੈ ਤੇ ਮੰਗਾਂ ਪੂਰੀਆਂ ਹੋਣ ਤੱਕ ਸਾਡਾ ਕਿਸਾਨੀ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਟਵਿੱਟਰ ਤੇ ਕਿਸਾਨ ਏਕਤਾ ਮੋਰਚਾ ਨੇ ਇਹ ਵੀ ਕਿਹਾ ਕਿ ਇੱਕ ਪਾਸੇ ਤਾਂ ਭਗਤ ਕਹਿ ਰਹੇ ਨੇ ਭਾਰਤ ਬੰਦ ਅਸਫਲ ਰਿਹਾ ਤੇ ਸਭ ਕੁਝ ਖੁੱਲਾ ਸੀ, ਦੂਸਰੇ ਪਾਸੇ ਭਗਤ ਕਹਿ ਰਹੇ ਨੇ ਕਿ ਕਿਸਾਨਾਂ ਦੇ ਭਾਰਤ ਬੰਦ ਕਾਰਨ ਲੋਕਾਂ ਤੇ ਦੇਸ਼ ਦਾ ਇੰਨਾ ਨੁਕਸਾਨ ਹੋਇਆ। ਅਸਲ ਗੱਲ ਤਾਂ ਇਹ ਹੈ ਕਿ ਬੰਦ ਪੂਰਨ ਰੂਪ ਨਾਲ ਅਹਿੰਸਕ, ਕਾਮਯਾਬ ਤੇ ਬਹੁਤ ਪ੍ਰਭਾਵਸ਼ਾਲੀ ਰਿਹਾ। ਭਾਜਪਾ ਤੇ ਭਗਤ ਇਸ ਨੂੰ ਪਛਾ ਨਹੀਂ ਪਾ ਰਹੇ। ਟਵਿੱਟਰ ਦੀ ਗੱਲ ਕਰ ਲਈਏ ਤਾਂ ਟਵਿੱਟਰ ਤੇ ਲਗਾਤਾਰ ਟ੍ਰੈਂਡ ਕੀਤਾ ਆਜ ਭਾਰਤ ਬੰਦ ਹੈ, ਨਾਲ ਹੀ ਟ੍ਰੈਂਡ ਕਰ ਰਿਹਾ ਸੀ ਨਾਕ ਕਟਾ ਆਇਆ। ਇਹ ਖਾਸ ਤੌਰ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਨੂੰ ਲੈ ਕੇ ਸੀ। ਇਸ ਦੇ ਨਾਲ ਹੀ ਫਾਰਮਰਸ ਪ੍ਰੋਟੈਸਟ, ਫਾਰਮ ਲਾਜ਼, ਕਿਸਾਨ ਅੰਦੋਲਨ ਇਹ ਵੀ ਟ੍ਰੈਂਡਿੰਗ ਦੇ ਵਿੱਚ ਰਹੀ। ਉਸ ਤੋਂ ਬਾਅਦ ਸ਼ਾਮ ਹੁੰਦੇ ਤੱਕ ਭਾਰਤ ਸਰਕਾਰ ਦੇ ਸਮਰਥਕਾਂ ਨੇ ਇਹ ਵੀ ਚਲਾਇਆ ਆਜ ਭਾਰਤ ਖੁੱਲਾ ਹੈ, ਇਹ ਵੀ ਟ੍ਰੈਂਡਿੰਗ ਦੇ ਵਿੱਚ ਰਿਹਾ ਤੇ ਕਿਸਾਨ ਏਕਤਾ ਮੋਰਚਾ ਨੇ ਲਗਾਤਾਰ ਇਸ ਦਾ ਜਵਾਬ ਦਿੱਤਾ। ਟਰੈਕਟਰ ਟੂ ਟਵਿੱਟਰ ਦੇ ਵੱਲੋਂ ਵੀ ਜਿਹੜਾ ਹੈਗਾ ਤੱਥਾਂ ਦੇ ਨਾਲ ਜਵਾਬ ਦਿੱਤੇ ਗਏ। ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਭਾਰਤ ਬੰਦ ਨੂੰ ਸਫਲ ਦੱਸਦਿਆਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਸਾਡਾ ਭਾਰਤ ਬੰਦ ਸਫਲ ਰਿਹਾ, ਸਾਨੂੰ ਸਾਰੇ ਕਿਸਾਨਾਂ ਦਾ ਸਾਥ ਮਿਲਿਆ। ਅਸੀਂ ਸਾਰਾ ਕੁਝ ਠੱਪ ਨਹੀਂ ਕਰ ਸਕਦੇ ਕਿਉਂਕਿ ਲੋਕਾਂ ਦੀ ਆਵਾਜਾਈ ਦਾ ਵੀ ਖਿਆਲ ਰੱਖਣਾ ਪੈਣਾ। ਅਸੀਂ ਗੱਲਬਾਤ ਲਈ ਤਿਆਰ ਹਾਂ, ਪਰ ਹਜੇ ਗੱਲਬਾਤ ਨਹੀਂ ਹੋ ਰਹੀ। ਉਹਨਾਂ ਨੇ ਕੇਂਦਰ ਸਰਕਾਰ ਨੂੰ ਕਹਿ ਦਿੱਤਾ ਹੈ ਕਿ ਕਾਨੂੰਨ ਵਾਪਸ ਲੈਣੇ ਹੀ ਪੈਣਗੇ। ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਸੀਂ ਅੰਦੋਲਨ ਹੋਰ ਵੀ ਤੇਜ਼ ਕਰ ਦਿਆਂਗੇ। ਕਿਸਾਨਾਂ ਨੂੰ ਸੁਨੇਹਾ ਦਿੰਦਿਆਂ ਟਿਕੈਤ ਨੇ ਕਿਹਾ ਕਿ ਆਪਣੇ ਟਰੈਕਟਰ ਤਿਆਰ ਰੱਖੋ, ਕਿਸੇ ਵੀ ਸਮੇਂ ਦਿੱਲੀ ਵਿੱਚ ਲੋੜ ਪੈ ਸਕਦੀ ਹੈ। ਜਿਹੜੇ ਲੋਕ ਦੇਸ਼ ਤੇ ਰਾਜ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਕਾਨੂੰਨ ਵਾਪਸ ਲੈਣੇ ਹੀ ਪੈਣਗੇ। ਅਸੀਂ ਇਹਨਾਂ ਨੂੰ ਲਾਗੂ ਨਹੀਂ ਹੋਣ ਦਿਆਂਗੇ। ਅਸੀਂ ਆਪਣਾ ਸੰਘਰਸ਼ ਜਾਰੀ ਰੱਖਾਂਗੇ। ਟਿਕੈਤ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਰੱਟੂ ਨੇ ਜਿਵੇਂ ਸਾਨੂੰ ਬਚਪਨ ਵਿੱਚ ਪੜ੍ਹਾਇਆ ਗਿਆ ਸੀ, ਜਿੰਨਾ ਪੜ੍ਹਿਆ ਹੈ ਸਿਰਫ ਓਨਾ ਹੀ ਬੋਲਣਾ ਹੈ, ਇਸ ਤੋਂ ਵੱਧ ਨਹੀਂ, ਤੇ ਸਾਡੇ ਖੇਤੀਬਾੜੀ ਮੰਤਰੀ ਵੀ ਅਜਿਹਾ ਹੀ ਕਰ ਰਹੇ ਨੇ। ਜੇਕਰ ਉਹਨਾਂ ਨੂੰ ਕਿਸਾਨਾਂ ਦੇ ਮੂਡ ਬਾਰੇ ਪਤਾ ਹੁੰਦਾ ਤਾਂ ਕਾਲੇ ਕਾਨੂੰਨ ਲਿਆਉਂਦੇ ਹੀ ਨਾ ਤੇ ਕਿਸਾਨ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦੇਣਗੇ, ਇਹ ਕਿਹਾ ਟਿਕੈਤ ਨੇ। ਰਾਕੇਸ਼ ਟਿਕੈਤ ਸਮੇਤ ਸਾਰੇ ਵੱਡੇ ਕਿਸਾਨ ਲੀਡਰਾਂ ਨੇ ਲੋਕਾਂ ਦਾ ਧੰਨਵਾਦ ਕੀਤਾ। ਖੇਤੀਬਾੜੀ ਮੰਤਰੀ ਨੇ ਕਿਹਾ, ਆਖਿਰ ਕੀ ਹੈ ਕਿਸਾਨਾਂ ਦੇ ਭਾਰਤ ਬੰਦ ਵਾਲੇ ਦਿਨ ਨਰਿੰਦਰ ਸਿੰਘ ਤੋਮਰ ਨੇ ਬਿਆਨ ਦਿੱਤਾ। ਗਵਾਲੀਅਰ ਦੇ ਐਗਰੀਕਲਚਰ ਕਾਲਜ ਦੇ ਇੱਕ ਪ੍ਰੋਗਰਾਮ ਦੇ ਵਿੱਚ ਕਿਹਾ ਕਿ ਕਿਸਾਨਾਂ ਨੂੰ ਅੰਦੋਲਨ ਦਾ ਰਾਹ ਛੱਡ ਕੇ ਗੱਲਬਾਤ ਕਰਨੀ ਚਾਹੀਦੀ ਹੈ। ਤੋਮਰ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਇਤਰਾਜ਼ ਤੇ ਗੱਲਬਾਤ ਕਰਨ ਲਈ ਤਿਆਰ ਹਾਂ, ਪਹਿਲਾਂ ਵੀ ਕਈ ਵਾਰੀ ਕਰ ਚੁੱਕੇ ਹਾਂ। ਜੇਕਰ ਕੁਝ ਰਹਿ ਗਿਆ ਤਾਂ ਅਸੀਂ ਫਿਰ ਤੋਂ ਗੱਲਬਾਤ ਕਰਨ ਦੇ ਲਈ ਤਿਆਰ ਹਾਂ। ਸਰਕਾਰ ਤੇ ਕਿਸਾਨਾਂ ਦਰਮਿਆਨ 11ਵੇਂ ਗੇੜ ਦੀ ਆਖਰੀ ਗੱਲ 22 ਜਨਵਰੀ ਨੂੰ ਟੁੱਟੀ ਸੀ। 9 ਮਹੀਨੇ ਹੋ ਗਏ ਨੇ ਪਰ ਹਾਲੇ ਤੱਕ ਦੋਵੇਂ ਧਿਰਾਂ ਮੁੜ ਕੇ ਨਹੀਂ ਬੈਠ ਸਕੀਆਂ ਇਕੱਠੀਆਂ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਭਾਰਤ ਬੰਦ ਨੂੰ ਹਮਾਇਤ ਦਿੱਤੀ। ਨਾਲ ਹੀ ਕੇਂਦਰ ਸਰਕਾਰ ਨੂੰ 3 ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ ਵੀ ਕੀਤੀ। ਹੱਥ ਦੇ ਵਿੱਚ ਕਾਲਾ ਤੇ ਕਿਸਾਨੀ ਦਾ ਝੰਡਾ ਫੜ ਕੇ ਚੰਨੀ ਨੇ ਕਿਹਾ, ਮੈਂ ਕਿਸਾਨਾਂ ਦੇ ਨਾਲ ਖੜਾ, ਕੇਂਦਰ ਸਰਕਾਰ ਨੂੰ ਅਪੀਲ ਕਰਦਾ ਕਿ 3 ਕਿਸਾਨ ਵਿਰੋਧੀ ਕਾਨੂੰਨ ਰੱਦ ਕਰੇ। ਉਹਨਾਂ ਕਿਹਾ ਕਿ ਸਾਡੇ ਕਿਸਾਨ 1 ਸਾਲ ਤੋਂ ਵੀ ਵੱਧ ਸਮੇਂ ਤੋਂ ਆਪਣੇ ਹੱਕਾਂ ਲਈ ਲੜ ਰਹੇ ਨੇ। ਇਹ ਸਮਾਂ ਆ ਗਿਆ ਕਿ ਉਹਨਾਂ ਦੀ ਆਵਾਜ਼ ਸੁਣੀ ਜਾਵੇ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਇੱਕ ਦਿਨ ਪਹਿਲਾਂ ਕਹਿ ਦਿੱਤਾ ਸੀ ਕਿ ਕਾਂਗਰਸ ਹੈ ਜਿਹੜੀ ਉਹ ਭਾਰਤ ਬੰਦ ਨੂੰ ਹਮਾਇਤ ਦੇਵੇਗੀ। ਅਸੀਂ ਕਿਸਾਨਾਂ ਦੇ ਨਾਲ ਉਦੋਂ ਤੱਕ ਖੜੇ ਰਹਾਂਗੇ ਜਦੋਂ ਤੱਕ ਕਿਸਾਨਾਂ ਦਾ ਸੰਘਰਸ਼ ਚੱਲੇਗਾ। ਉਹਨਾਂ ਕਿਹਾ ਕਿ ਸਹੀ ਤੇ ਗਲਤ ਦੀ ਜੰਗ ਵਿੱਚ ਤੁਸੀਂ ਨਿਰਪੱਖ ਨਹੀਂ ਰਹਿ ਸਕਦੇ। ਮੈਂ ਕਾਂਗਰਸੀ ਵਰਕਰਾਂ ਨੂੰ ਅਪੀਲ ਕਰਦਾ ਕਿ ਉਹ ਗੈਰ ਸੰਵਿਧਾਨਕ ਕਾਲੇ ਕਾਨੂੰਨਾਂ ਦੇ ਖਿਲਾਫ ਇਸ ਲੜਾਈ ਦੀ ਡਟਵੀਂ ਹਮਾਇਤ ਕਰਨ। ਇਸ ਦੇ ਨਾਲ ਹੀ ਕਈ ਹੋਰ ਜਥੇਬੰਦੀਆਂ, ਧਾਰਮਿਕ ਅਤੇ ਸਿਆਸੀ ਜਥੇਬੰਦੀਆਂ ਨੇ ਵੀ ਇਸ ਬੰਦ ਨੂੰ ਹਮਾਇਤ ਦਿੱਤੀ। ਭਾਰਤ ਬੰਦ ਦਰਮਿਆਨ ਕਿਸਾਨਾਂ ਨੇ ਗੁਰੂ ਕੇ ਲੰਗਰ ਵੀ ਚਲਾਏ। ਬਾਕਾਇਦਾ ਜਿੱਥੇ-ਜਿੱਥੇ ਜਾਮ ਲੱਗੇ ਸੀ ਉੱਥੇ-ਉੱਥੇ ਲੰਗਰਾਂ ਦਾ ਪ੍ਰਬੰਧ ਕੀਤਾ
ਗਿਆ। ਸਮਾਜ ਸੇਵੀਆਂ ਵੱਲੋਂ ਕਿਸਾਨਾਂ ਦੇ ਵੱਲੋਂ ਲੰਗਰ ਪਾਣੀ ਤੇ ਦਵਾਈਆਂ ਦਾ ਪ੍ਰਬੰਧ ਕੀਤਾ ਗਿਆ ਸੀ। ਜਾਮ ਦੇ ਕੋਲੋਂ ਲੰਘਣ ਵਾਲੇ ਲੋਕਾਂ ਦੇ ਲਈ ਮਿੱਠੇ ਪਕਵਾਨ ਵਰਤਾਏ ਗਏ। ਯਾਤਰੀਆਂ ਨੂੰ ਪਾਣੀ ਪਿਆਉਣ ਦੀ ਸੇਵਾ ਕੀਤੀ ਗਈ। ਰੇਲ ਗੱਡੀਆਂ ਦੇ ਵਿੱਚ ਜਿਹੜੇ ਯਾਤਰੀ ਜਾਮ ਦੇ ਵਿੱਚ ਫਸੇ ਬੈਠੇ ਸੀ ਉਹਨਾਂ ਦੀ ਹਰ ਲੋੜ ਦਾ ਧਿਆਨ ਰੱਖਿਆ ਗਿਆ। ਗੁਰਦਾਸਪੁਰ ਦੇ ਵਿੱਚ ਕਿਸਾਨਾਂ ਦੇ ਲਈ ਮੈਡੀਕਲ ਸਹੂਲਤਾਂ ਤੇ ਦਵਾਈਆਂ ਦਾ ਲੰਗਰ ਲਾਇਆ ਗਿਆ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਫੇਸ 5 ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ, ਜਿੱਥੇ ਕਿਸਾਨਾਂ ਨੇ ਆਟੋ ਖੜੇ ਕਰਕੇ ਬੈਰੀਕੇਡ ਲਾਏ। ਪੁਲਿਸ ਵੀ ਇੱਥੇ ਕਿਸਾਨਾਂ ਦਾ ਸਾਥ ਦਿੰਦੀ ਨਜ਼ਰ ਆਈ। ਸਿਰਫ ਜ਼ਰੂਰੀ ਜਾਂ ਐਮਰਜੈਂਸੀ ਵਾਹਨਾਂ ਨੂੰ ਹੀ ਪੁਲਿਸ ਅੱਗੇ ਜਾਣ ਦੇ ਰਹੀ ਸੀ। ਸਾਡੀ ਖਾਸ ਕਵਰੇਜ ਦੌਰਾਨ ਤੁਹਾਨੂੰ 3-5 ਮੋਹਾਲੀ ਦੀਆਂ ਲਾਈਟਾਂ ਦਾ ਜਾਮ ਵੀ ਦਿਖਾ ਦਿੰਦੇ ਹਾਂ, ਜਿੱਥੇ ਵੱਖਰੀ ਤਸਵੀਰ ਸਾਹਮਣੇ ਆਈ। ਇੱਥੇ ਪਿਛਲੇ ਲੰਬੇ ਸਮੇਂ ਤੋਂ ਪ੍ਰਦਰਸ਼ਨ ਚੱਲ ਰਿਹਾ ਹੈ। ਰੋਜ਼ਾਨਾ ਕੁਝ ਘੰਟੇ ਖੜ ਕੇ ਚੌਂਕ ਦੇ ਉੱਤੇ ਨਾਅਰੇਬਾਜ਼ੀ ਕੀਤੀ ਜਾਂਦੀ ਹੈ ਖੇਤੀ ਕਾਨੂੰਨਾਂ ਦੇ ਖਿਲਾਫ ਅਤੇ ਬੰਦ ਵਾਲੇ ਦਿਨ ਬੱਚਿਆਂ ਤੇ ਨੌਜਵਾਨਾਂ ਦੇ 35 ਅੱਖਰ ਲਿਖਣ, ਪੋਸਟਰ ਬਣਾਉਣ ਤੇ ਦਸਤਾਰ ਸਜਾਉਣ ਦੇ ਮੁਕਾਬਲੇ ਬੰਦ ਦੌਰਾਨ ਕਰਵਾਏ ਗਏ। ਜੇਤੂ ਬੱਚਿਆਂ ਨੂੰ ਇਨਾਮ ਵੀ ਦਿੱਤੇ ਗਏ। ਪ੍ਰੋਗਰਾਮ ਕਰਵਾਉਣ ਵਾਲੇ ਪ੍ਰਬੰਧਕਾਂ ਨੇ ਕਿਹਾ ਕਿ ਬੱਚਿਆਂ ਨੂੰ ਆਪਣੀ ਜ਼ਮੀਰ ਤੇ ਜ਼ਮੀਨ ਦੇ ਨਾਲ ਜੋੜਨ ਦਾ ਇਹ ਨਵਾਂ ਉਪਰਾਲਾ ਹੈ। ਉਹ 3-5 ਲਾਈਟਾਂ ਦੇ ਉੱਤੇ ਇੱਥੇ ਮੋਹਾਲੀ ਵਿੱਚ ਵੱਖ-ਵੱਖ ਥਾਈਂ ਨਾਕੇ ਵੀ ਲਾਏ ਜਾ ਰਹੇ ਨੇ ਤੇ ਉਹਦੇ ਵਿੱਚ ਬਕਾਇਆ ਤੌਰ ਤੇ ਆਪਣੇ ਸੱਭਿਆਚਾਰ ਨਾਲ ਬੱਚਿਆਂ ਨੂੰ ਆਪਣੀ ਜਿਹੜੀ ਜ਼ਮੀਰ ਦੇ ਨਾਲ ਜੋੜਨ ਵਾਸਤੇ ਇੱਕ ਪੋਸਟਰ ਮੇਕਿੰਗ ਜਿਹੜਾ ਹੈਗਾ ਮੁਕਾਬਲਾ ਉਹ ਕਰਵਾਇਆ ਗਿਆ। ਇੱਥੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਖਾਲਸ ਟੀਵੀ ਤੇ ਬੱਚਿਆਂ ਨੂੰ ਇਨਾਮ ਜਿਹੜੇ ਹੈਗੇ ਆ ਤਕਸੀਮ ਕੀਤੇ ਜਾ ਰਹੇ ਨੇ, ਜਿਨ੍ਹਾਂ ਨੇ ਸੁੰਦਰ ਪੱਗ ਸਜਾਈ ਹੈਗੀ ਜਾਂ ਹੋਰ ਪੋਸਟਰ ਮੇਕਿੰਗ ਜਿਹੜੇ ਪ੍ਰੋਗਰਾਮ ਇੱਥੇ ਇਹਨਾਂ ਨੇ ਉਲੀਕਿਆ ਹੈਗਾ ਕਿ ਨਵੇਂ ਤਰ੍ਹਾਂ ਦਾ ਬਿਲਕੁਲ ਵੱਖਰਾ ਕਨਸੈਪਟ। ਭਾਰਤ ਬੰਦ ਵਿੱਚ ਕੀ ਹੁੰਦਾ, ਆਮ ਤੌਰ ਤੇ ਕੀ ਹੈ ਕਿ ਦੁਕਾਨਾਂ ਬੰਦ ਹੁੰਦੀਆਂ ਨੇ, ਕਾਰੋਬਾਰ ਠੱਪ ਕੀਤੇ ਜਾਂਦੇ ਨੇ, ਪਰ ਇਹ ਪੰਜਾਬ 'ਚ ਵੇਖਣ ਨੂੰ ਮਿਲਦਾ ਹੈਗਾ ਕਿ ਬੱਚੇ ਵੱਲੋਂ ਇੱਕ 35 ਅੱਖਰੀ ਜਿਹੜੀ ਹੈਗੀ ਹੈ ਸਾਡੀ ਜਿਹੜੀ ਗੁਰਮੁਖੀ ਹੈ ਉਹ ਲਿਖੀ ਜਾ ਰਹੀ ਹੈਗੀ। ਊੜਾ ਆੜਾ ਜਿਹੜਾ ਹੈਗਾ ਸਾਡਾ ਆਪਣਾ ਜਿਹੜਾ ਸਾਡੇ ਵਿਰਸੇ ਦੀ ਗੱਲ ਹੈਗੀ ਹੈ ਉਹ ਇੱਥੇ ਬੱਚਿਆਂ ਦੇ ਵਿੱਚ ਜੋੜਨ ਵਾਸਤੇ ਕੀਤੀ ਜਾ ਰਹੀ ਹੈ। ਤੇ ਅਗਲੀ ਜਿਹੜੀ ਲੜਾਈ ਹੈਗੀ ਹੈ ਕਿਉਂਕਿ ਇਹਨਾਂ ਬੱਚਿਆਂ ਨੇ ਲੜਨੀ ਹੈਗੀ ਹੈ, ਇਹਨਾਂ ਦੇ ਵਿੱਚ ਅਗਰ ਸੰਚਾਰ ਹੋਏਗਾ ਤੇ ਸ਼ਾਇਦ ਉਹ ਅੱਗੇ ਤੋਂ ਅੱਗੇ ਜਿਹੜੀ ਗੱਲ ਹੈਗੀ ਹੈ ਤੁਰੀ ਹੈ। ਤੇ ਖਾਸ ਤੌਰ ਤੇ ਪੱਗਾਂ ਦੇ ਮੁਕਾਬਲੇ ਤੇ ਕੰਪੀਟੀਸ਼ਨ ਜਿਹੜਾ ਹੈਗਾ 35 ਅੱਖਰੀ ਸਾਡੀ ਗੁਰਮੁਖੀ ਜਿਹੜੀ ਸਾਡੀ ਬੋਲੀ ਹੈਗੀ, ਸਾਡੀ ਭਾਸ਼ਾ ਹੈਗੀ ਹੈ, ਸਾਡਾ ਜਿਹੜਾ ਸੱਭਿਆਚਾਰ ਹੈ, ਸਾਡਾ ਜਿਹੜਾ ਅਸੀਂ ਬੱਚਿਆਂ ਨੂੰ ਜਿਹੜਾ ਹੈ ਕੰਪੀਟੀਸ਼ਨਸ ਖਾਸ ਤੌਰ ਤੇ ਕਰਵਾਇਆ ਜਾ ਰਿਹਾ ਤੇ ਬੱਚਿਆਂ ਨੂੰ ਜਿਹੜੇ ਹੈਗੇ ਅਲੱਗ-ਅਲੱਗ ਤਰ੍ਹਾਂ ਦੇ ਖਾਸੀਅਤ ਇਹ ਨੇ ਇਕੱਲੇ ਬੱਚੇ ਹੀ ਨਹੀਂ ਨੇ, ਇਹਦੇ ਵਿੱਚ ਨੌਜਵਾਨ ਵੀ ਨੇ, ਬਜ਼ੁਰਗ ਵੀ ਨੇ ਤੇ ਉਹਨਾਂ ਨੂੰ ਜਿਹੜਾ ਹੈਗਾ ਕਿਸ ਕੰਪੀਟੀਸ਼ਨ ਦੇ ਨਾਲ, ਇਸ ਪ੍ਰਤੀਯੋਗਤਾ ਦੇ ਨਾਲ ਜੋੜਿਆ ਜਾ ਰਿਹਾ। ਤੇ ਤੁਸੀਂ ਇੱਥੇ ਇੱਕ ਵੱਖਰਾ ਨਜ਼ਾਰਾ ਵੇਖੋਗੇ ਕਿ ਜਿੰਨੇ ਲੋਕ ਇੱਥੇ ਬੈਠੇ ਨੇ ਆਲੇ ਦੁਆਲੇ ਘਰਾਂ ਤੋਂ ਆਏ ਨੇ, ਆਪਣਾ ਸਮਰਥਨ ਦੇ ਰਹੇ ਨੇ ਕਿਸਾਨੀ ਬੰਦ ਦੇ ਵਿੱਚ, ਜਿਹੜੀ ਭਾਰਤ ਬੰਦ ਦੀ ਕਾਲ ਹੈ ਉਹਦੇ ਵਿੱਚ। ਤੇ ਉਹਨਾਂ ਸਾਰੇ ਜਿਹੜੇ ਪਰਿਵਾਰਿਕ ਮੈਂਬਰ ਇੱਥੇ ਆਏ ਨੇ ਉਹਨਾਂ ਨੂੰ ਸਾਰਿਆਂ ਨੂੰ ਕਿਸਾਨੀ ਨਾਲ ਆਪਣੇ ਵਿਰਸੇ ਨਾਲ ਜੋੜਨ ਵਾਸਤੇ ਅਸੀਂ ਇੱਥੇ ਪਹਿਲਾਂ ਪੱਗਾਂ ਦੇ ਮੁਕਾਬਲੇ ਕਰਾਏ ਨੇ, ਸੋਹਣੀ ਪੱਗ ਬੰਨ੍ਹਣ ਦੇ, ਤੇ ਇਸ ਤੋਂ ਬਾਅਦ ਅਸੀਂ ਹੁਣ ਊੜਾ ਐੜਾ 35 ਅੱਖਰੀ ਦਾ ਮੁਕਾਬਲਾ ਚੱਲ ਰਿਹਾ, ਪੋਸਟਰ ਮੇਕਿੰਗ ਕੰਪੀਟੀਸ਼ਨ ਰੱਖਿਆ ਹੈਗਾ। ਇਸ ਤਰ੍ਹਾਂ ਦੇ ਮੁਕਾਬਲੇ ਰੱਖੇ ਆ। ਇੱਕ ਸੁਖਮਨੀ ਸਾਹਿਬ ਦਾ ਪਾਠ ਅਸੀਂ ਇੱਥੇ ਹੁਣੇ ਥੋੜੀ ਦੇਰ 'ਚ ਕਰਾਵਾਂਗੇ, ਅੱਜ ਹੀ ਕਰਾਵਾਂਗੇ, ਜਿਹਦੇ ਨਾਲ ਅਸੀਂ ਇਸ ਆਪਣੇ ਵਿਰਸੇ ਨੂੰ, ਜਿੱਥੇ ਕਿ ਆਪਾਂ ABC ਜਾਂ ਹੋਰ ਸਾਰੀਆਂ ਭਾਸ਼ਾਵਾਂ ਚੰਗੀਆਂ ਨੇ, ਆਪਾਂ ਉਹਨਾਂ ਨੂੰ ਅੱਗੇ ਮੁਕਤ ਤੌਰ ਤੇ ਅੱਗੇ ਲੈ ਕੇ ਜਾਂਦੇ ਆ ਤੇ ਕਿਤੇ ਊੜਾ ਐੜਾ ਸਾਡਾ ਕਿਤੇ ਪਿੱਛੇ ਨਾ ਰਹਿ ਜੇ। ਇਸ ਕਰਕੇ ਆਪਾਂ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜ ਰਹੇ ਆ। ਇਸ ਕਰਕੇ ਇਹ ਅਸੀਂ ਅੱਜ ਦੇ ਦਿਨ ਇਸ ਸਪੈਸ਼ਲ ਤੌਰ ਦੇ ਉੱਤੇ ਇਹ ਚੀਜ਼ਾਂ ਮੁਕਾਬਲੇ ਰਖਾਏ ਗਏ ਸੀ। ਮੋਹਾਲੀ ਦੇ ਨਾਲ ਸਿਟੀ ਬਿਊਟੀਫੁਲ ਚੰਡੀਗੜ੍ਹ ਦੇ ਵਿੱਚ ਵੀ ਬੰਦ ਦਾ ਅਸਰ ਦਿਖਿਆ। ਚੰਡੀਗੜ੍ਹ ਦੇ ਬਾਬਾ ਲਾਭ ਸਿੰਘ ਚੌਂਕ ਤੇ ਵੀ ਕਿਸਾਨ ਗੱਜੇ। ਉਧਰ ਹਰਿਆਣਾ ਸਰਕਾਰ ਨੇ ਕਿਸਾਨਾਂ ਦੇ ਅੰਦੋਲਨ ਕਾਰਨ ਦਿੱਲੀ ਯੂਪੀ ਹਰਿਆਣਾ ਸਰਹੱਦ ਤੇ ਸੜਕਾਂ ਬੰਦ ਕਰਨ ਦੇ ਵਿਰੁੱਧ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਸਰਕਾਰ ਨੇ ਕਿਹਾ ਕਿ ਕਿਸਾਨਾਂ ਦੇ ਲੰਬੇ ਸੰਘਰਸ਼ ਕਰਕੇ ਆਮ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਸੂਬੇ ਤੇ ਕੌਮੀ ਮਾਰਗਾਂ ਤੋਂ ਜਾਮ ਹਟਾਉਣ ਲਈ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ। ਖੱਟਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਕਿਸਾਨ ਜਨਤਕ ਥਾਵਾਂ ਤੇ ਅੰਦੋਲਨ ਦੇ ਮੁੱਦੇ ਨੂੰ ਸੁਲਝਾਉਣ ਲਈ ਸਥਾਪਿਤ ਪੈਨਲ ਨੂੰ ਨਹੀਂ ਮਿਲੇ, ਜਦਕਿ ਅਸੀਂ ਸੱਦਾ ਦਿੱਤਾ ਸੀ। ਖਬਰਾਂ ਦੇ ਵਿੱਚ ਹੁਣ ਪੰਜਾਬ ਦੀ ਨਵੀਂ ਬਣੀ ਕੈਬਨਿਟ ਦੀ ਪਹਿਲੀ ਬੈਠਕ ਬਾਰੇ ਦੱਸ ਦਿੰਦੇ ਹਾਂ ਕਿ ਪਹਿਲੀ ਬੈਠਕ ਦੇ ਵਿੱਚ ਕੀ ਕੁਝ ਵੱਡੇ ਫੈਸਲੇ ਲਏ ਗਏ ਨੇ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਦੇ ਵਿੱਚ ਸਾਰੇ ਨਵੇਂ ਮੰਤਰੀ ਇਸ ਕੈਬਨਿਟ ਦੀ ਬੈਠਕ ਦੇ ਵਿੱਚ ਪਹੁੰਚੇ। ਆਸ ਕੀਤੀ ਜਾ ਰਹੀ ਸੀ ਕਿ ਕੋਈ ਵੱਡੇ ਫੈਸਲੇ ਲਏ ਜਾਣਗੇ, ਪਰ ਖਬਰ ਪੜ੍ਹੇ ਜਾਣ ਤੱਕ ਕੁਝ ਕੁ ਗੱਲਾਂ ਦੀ ਹੀ ਜਾਣਕਾਰੀ ਮਿਲੀ ਹੈ ਤੇ 3 ਘੰਟੇ ਦੀ ਕੈਬਨਿਟ ਦੀ ਬੈਠਕ ਤੋਂ ਬਾਅਦ ਪਤਾ ਲੱਗਿਆ ਕਿ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਲਈ ਇੱਕ ਵੱਡੀ ਰਾਹਤ ਹੈ ਜਿਹੜੀ ਉਹ ਦਿੱਤੀ ਗਈ ਹੈ। ਅਗਲੀ ਕੈਬਨਿਟ ਬੈਠਕ 1 ਅਕਤੂਬਰ ਨੂੰ ਹੋਏਗੀ, ਉਹਦੇ ਵਿੱਚ ਹੋ ਸਕਦਾ ਹੈ ਕੋਈ ਹੋਰ ਵੱਡੇ ਫੈਸਲੇ ਲਏ ਜਾਣ। ਮੰਤਰੀ ਮੰਡਲ ਨੇ ਫੈਸਲਾ ਲਿਆ ਹੈ ਕਿ ਚੁਣੇ ਹੋਏ ਮਿਊਨਿਸਪਲ ਕੌਂਸਲਾਂ, ਸਰਪੰਚਾਂ ਅਤੇ ਹੋਰਨਾਂ ਪ੍ਰਤੀਨਿਧਾਂ ਦੇ ਵਿਸ਼ੇਸ਼ ਐਂਟਰੀ ਕਾਰਡ ਬਣਾਏ ਜਾਣਗੇ ਤੇ ਇਹ ਕਾਰਡ ਦਿਖਾ ਕੇ ਉਹ ਪੰਜਾਬ ਸਿਵਲ ਸਕੱਤਰੇਤ ਸਮੇਤ ਚੰਡੀਗੜ੍ਹ ਵਿੱਚ
ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ ਦੇ ਵਿੱਚ ਸ਼ਾਮਲ ਹੋ ਸਕਣਗੇ, ਦਾਖਲ ਹੋ ਸਕਣਗੇ। ਇਹ ਫੈਸਲਾ ਚੁਣੇ ਹੋਏ ਪ੍ਰਤੀਨਿਧਾਂ ਦੇ ਮਾਣ ਤੇ ਸਤਿਕਾਰ ਵਾਸਤੇ ਲਿਆ ਗਿਆ ਹੈ ਕਿ ਉਹ ਜਦੋਂ ਚੰਡੀਗੜ੍ਹ ਵਿੱਚ ਸਰਕਾਰ ਦੇ ਕਿਸੇ ਵੀ ਦਫ਼ਤਰ ਵਿੱਚ ਆਉਣਾ ਚਾਹਣ ਤਾਂ ਉਹ ਆ ਸਕਣ। ਸਪੈਸ਼ਲ ਐਂਟਰੀ ਕਾਰਡ ਦਿਖਾ ਕੇ ਉਹਨਾਂ ਨੂੰ ਬਾਹਰ ਵੇਟਿੰਗ ਰੂਮ ਦੇ ਵਿੱਚ ਨਾ ਬਹਿਣਾ ਪਵੇ ਜਾਂ ਫਿਰ ਉਹਨਾਂ ਨੂੰ ਇਮਾਰਤ ਤੋਂ ਬਾਹਰ ਹੀ ਵਾਪਸ ਨਾ ਜਾਣਾ ਪਵੇ। ਉਹਨਾਂ ਨੂੰ ਐਂਟਰੀ ਹੈ ਜਿਹੜੀ ਉਹ ਮਾਨ ਸਨਮਾਨ ਦੇ ਨਾਲ ਮਿਲਣੀ ਚਾਹੀਦੀ ਹੈ। ਇਹ ਕਾਰਡ ਸੰਬੰਧਿਤ ਜ਼ਿਲ੍ਹੇ ਦੇ ਡੀਸੀ ਅਤੇ ਐਸਡੀਐਮ ਦਫ਼ਤਰ ਦੇ ਵੱਲੋਂ ਜਾਰੀ ਕੀਤੇ ਜਾਣਗੇ। ਫਾਰਮੈਟ ਸੂਬਾ ਸਰਕਾਰ ਬਣਾਏਗੀ ਤੇ ਇਹ ਵੀ ਪਹਿਲੀ ਵਾਰੀ ਹੋਇਆ ਜਦੋਂ ਨਵੇਂ ਮੰਤਰੀਆਂ ਨੂੰ ਵਿਭਾਗ ਅਲਾਟ ਕੀਤੇ ਜਾਣ ਤੋਂ ਬਿਨਾਂ ਹੀ ਬੈਠਕ ਸੱਦੀ ਗਈ ਹੋਈ। ਸਿਆਸੀ ਮਾਹਿਰਾਂ ਨੇ ਕਿਹਾ ਕਿ ਇਹਦੇ ਪਿੱਛੇ ਵੀ ਇੱਕ ਵੱਡਾ ਰਾਜ਼ ਛੁਪਿਆ ਹੈ, ਕਿਉਂਕਿ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਪਹਿਲੀ ਬੈਠਕ ਦੇ ਵਿੱਚ ਮੁੱਖ ਮੰਤਰੀ ਵੱਡੇ ਫੈਸਲਿਆਂ ਤੇ ਮੋਹਰ ਲਾ ਸਕਦੇ ਨੇ ਅਤੇ ਇਸ ਵਕਤ ਉਹਨਾਂ ਦੇ ਕੋਲ ਹੀ ਸਾਰੇ ਵਿਭਾਗ ਨੇ। ਜਦੋਂ ਕਿਸੇ ਮੰਤਰੀ ਨੂੰ ਕੋਈ ਵਿਭਾਗ ਅਲਾਟ ਨਾ ਕੀਤਾ ਹੋਵੇ ਤਾਂ ਸਾਰੇ ਵਿਭਾਗ ਹੀ ਮੰਤਰੀ ਕੋਲ ਹੁੰਦੇ ਨੇ। ਸਿਆਸੀ ਮਾਹਿਰ ਕਹਿ ਰਹੇ ਸੀ ਕਿ ਚੰਨੀ ਇਸ ਮੀਟਿੰਗ ਦੇ ਵਿੱਚ ਵੱਡੇ ਫੈਸਲਿਆਂ ਤੇ ਮੋਹਰ ਲਾ ਕੇ ਸਾਰਾ ਕ੍ਰੈਡਿਟ ਖੁਦ ਲੈਣਾ ਚਾਹੁੰਦੇ ਨੇ। ਤੇ ਦਿਲਚਸਪ ਗੱਲ ਇਹ ਹੈ ਕਿ ਸਹੁੰ ਚੁੱਕਣ ਤੋਂ ਬਾਅਦ ਸਾਰੇ ਕੈਬਨਿਟ ਮੰਤਰੀਆਂ ਨੂੰ ਸਟਾਫ ਤਾਂ ਦੇ ਦਿੱਤਾ ਗਿਆ ਸੀ ਪਰ ਵਿਭਾਗ ਨਹੀਂ ਦਿੱਤੇ ਗਏ। ਤੇ ਦੂਸਰੇ ਦਿਨ ਦੀ ਦਿਲਚਸਪ ਗੱਲ ਇੱਕ ਹੋਰ ਜੁੜ ਗਈ, ਕਿਉਂਕਿ ਨਵੇਂ ਮੰਤਰੀਆਂ ਨੂੰ ਕਮਰੇ ਤਾਂ ਅਲਾਟ ਕਰ ਦਿੱਤੇ ਗਏ ਨੇ ਪਰ ਵਿਭਾਗ ਹਾਲੇ ਤੱਕ ਨਹੀਂ ਦਿੱਤੇ ਗਏ। ਪੰਜਾਬ ਸਿਵਲ ਸਕੱਤਰੇਤ ਦੇ ਵਿੱਚ ਕੈਬਨਿਟ ਮੰਤਰੀਆਂ ਤੇ ਉਹਨਾਂ ਦੇ ਨਿੱਜੀ ਅਮਲਿਆਂ ਨੂੰ ਕਮਰਿਆਂ ਦੀ ਅਲਾਟਮੈਂਟ ਹੈ ਜਿਹੜੀ ਉਹ ਕਰ ਦਿੱਤੀ ਗਈ ਹੈ। ਓਮ ਪ੍ਰਕਾਸ਼ ਸੋਨੀ ਉਪ ਮੁੱਖ ਮੰਤਰੀ, ਇਹਨਾਂ ਨੂੰ 2 ਕਮਰੇ ਦਿੱਤੇ ਗਏ ਨੇ, 31 ਤੇ 32 ਨੰਬਰ। ਇਸ ਦੇ ਨਾਲ ਮਨਪ੍ਰੀਤ ਸਿੰਘ ਬਾਦਲ ਨੂੰ ਵੀ 2 ਕਮਰੇ ਦਿੱਤੇ ਗਏ ਨੇ। ਸੁਖਮਿੰਦਰ ਸਿੰਘ ਸਰਕਾਰੀਆ ਨੂੰ 2 ਕਮਰੇ ਦਿੱਤੇ ਗਏ ਨੇ। ਵਿਜੇਂਦਰ ਸਿੰਗਲਾ ਨੂੰ ਵੀ 2 ਕਮਰੇ ਦਿੱਤੇ ਗਏ ਨੇ। ਸੰਗਤ ਸਿੰਘ ਗਿੱਲ ਜੀਆਂ ਨੂੰ 2 ਕਮਰੇ ਮਿਲੇ ਨੇ। ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵੀ 2 ਕਮਰੇ ਮਿਲੇ ਨੇ। ਤੇ ਜਿਹੜੀ ਕਮਰਿਆਂ ਦੀ ਅਲਾਟਮੈਂਟ ਕੀਤੀ ਗਈ ਹੈ ਇਸ ਦੇ ਵਿੱਚ 16 ਜਣਿਆਂ ਨੂੰ 16 ਮੰਤਰੀਆਂ ਨੂੰ ਕਮਰੇ ਦਿੱਤੇ ਗਏ ਨੇ, ਜਿਹਦੇ ਵਿੱਚ ਓਪੀ ਸੋਨੀ, ਓਮ ਪ੍ਰਕਾਸ਼ ਸੋਨੀ ਜਿਹੜੇ ਉਪ ਮੁੱਖ ਮੰਤਰੀ ਨੇ ਉਹਨਾਂ ਦਾ ਨਾਮ ਸ਼ਾਮਿਲ ਹੈ, ਪਰ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਮ ਇਸ ਲਿਸਟ ਦੇ ਵਿੱਚ ਸ਼ਾਮਿਲ ਹੀ ਨਹੀਂ ਹੈ। ਚਰਚਾ ਚੱਲ ਰਹੀ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਨੂੰ ਸੂਬੇ ਦੇ ਗ੍ਰਹਿ ਮੰਤਰੀ ਬਣਾਇਆ ਜਾ ਸਕਦਾ ਹੈ ਤੇ ਵਿੱਤ ਮੰਤਰਾਲਾ ਮਨਪ੍ਰੀਤ ਸਿੰਘ ਬਾਦਲ ਨੂੰ ਹੀ ਦਿੱਤੇ ਜਾਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁੜ ਆਪਣੀ ਸੁਰੱਖਿਆ ਘਟਾਉਣ ਦੀ ਮੰਗ ਕੀਤੀ ਹੈ। ਪਹਿਲਾਂ ਤਾਂ ਉਹਨਾਂ ਨੇ ਜਨਤਕ ਤੌਰ ਤੇ ਕਿਹਾ ਸੀ, ਪਰ ਹੁਣ ਰਸਮੀ ਤੌਰ ਤੇ ਉਹਨਾਂ ਨੇ ਪੰਜਾਬ ਦੇ ਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਚਿੱਠੀ ਲਿਖ ਦਿੱਤੀ ਹੈ। ਚਿੱਠੀ ਲਿਖ ਕੇ ਚੰਨੀ ਨੇ ਕਿਹਾ ਕਿ ਮੇਰੀ ਸੁਰੱਖਿਆ ਲਈ ਤੈਨਾਤ ਅਮਲੇ ਨੂੰ ਘਟਾਉਣ ਦੇ ਲਈ ਤੁਰੰਤ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇ। ਅਗਲੀ ਖਬਰ ਵੀ ਪੰਜਾਬ ਕਾਂਗਰਸ ਦੇ ਨਾਲ ਹੀ ਜੁੜੀ ਹੋਈ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਅਤੇ ਨਵੇਂ ਬਣੇ ਮੰਤਰੀ ਰਜ਼ੀਆ ਸੁਲਤਾਨਾ ਦੇ ਪਤੀ ਮੁਹੰਮਦ ਮੁਸਤਫਾ ਨੇ ਵੱਡਾ ਦਾਅਵਾ ਕੀਤਾ। ਮੁਸਤਫਾ ਨੇ ਟਵੀਟ ਕਰਕੇ ਕਿਹਾ ਕਿ ਕਾਂਗਰਸ ਦਾ ਆਪਰੇਸ਼ਨ ਇਨਸਾਫ ਹੁਣ ਪੂਰਾ ਹੋ ਗਿਆ। ਦੇਰ ਕਹਿੰਦੇ ਜ਼ਰੂਰ ਹੋਈ ਹੈ ਪਰ ਮਿਸ਼ਨ ਪੂਰਾ ਹੋ ਗਿਆ। ਕਾਂਗਰਸ ਫਤਿਹ ਮਿਸ਼ਨ 2022 ਦਾ ਸਭ ਤੋਂ ਵੱਡਾ ਰੋੜਾ ਹਟ ਗਿਆ। ਹੁਣ ਮਿਸ਼ਨ ਜਿੱਤੇਗਾ, ਪੰਜਾਬ ਉੱਤੇ ਪੂਰਾ ਫੋਕਸ ਹੋਵੇਗਾ। ਹੁਣ ਸਵਾਲ ਉੱਠ ਰਹੇ ਨੇ ਕਿ ਸਲਾਹਕਾਰ ਸਾਹਿਬ ਕਿਸ ਰੋੜੇ ਦੀ ਗੱਲ ਕਰ ਰਹੇ ਨੇ। ਇਸ ਦੌਰਾਨ ਚਰਚਾ ਹੈ ਕਿ ਮੁਸਤਫਾ ਦਾ ਇਸ਼ਾਰਾ ਕੈਪਟਨ ਅਮਰਿੰਦਰ ਸਿੰਘ ਵੱਲ ਹੈ, ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਕੈਪਟਨ ਸਾਹਿਬ ਤੇ ਸਿੱਧੇ ਹਮਲੇ ਕਰ ਰਹੇ ਨੇ। ਪਿਛਲੇ ਦਿਨੀ ਮੁਸਤਫਾ ਨੇ ਕਿਹਾ ਸੀ ਕਿ ਜੇਕਰ ਮੈਂ ਮੂੰਹ ਖੋਲ ਦਿੱਤਾ ਤਾਂ ਕੈਪਟਨ ਸਾਹਿਬ ਤੁਹਾਡੇ ਵੱਡੇ ਰਾਜ਼ ਬਾਹਰ ਆ ਜਾਣਗੇ। ਹੁਣ ਚਰਚਾ ਹੈ ਕਿ ਮੁਸਤਫਾ ਵੱਲੋਂ ਕੈਪਟਨ ਨੂੰ ਹੀ ਰਾਹ ਦਾ ਰੋੜਾ ਦੱਸਿਆ ਗਿਆ, ਕਿਉਂਕਿ ਪਿਛਲੇ ਦਿਨੀ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਂਭੇ ਕੀਤਾ ਗਿਆ ਸੀ। ਪੰਜਾਬ ਦੀ ਚੰਨੀ ਸਰਕਾਰ ਨੇ ਆਖਿਰਕਾਰ ਪੰਜਾਬ ਦਾ ਨਵਾਂ ਐਡਵੋਕੇਟ ਜਨਰਲ ਨਿਯੁਕਤ ਕਰ ਦਿੱਤਾ ਹੈ। ਨਾਮਵਰ ਸੀਨੀਅਰ ਵਕੀਲ APS ਦਿਓਲ ਨੂੰ ਪੰਜਾਬ ਦਾ ਨਵਾਂ AG ਲਾਇਆ ਗਿਆ ਹੈ। ਰਾਜਪਾਲ ਪੰਜਾਬ ਦੀ ਪ੍ਰਵਾਨਗੀ ਦੇ ਨਾਲ ਦਿਓਲ ਦੀ ਨਿਯੁਕਤੀ ਦੇ ਰਸਮੀ ਹੁਕਮ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਡਾਇਰੈਕਟਰ ਡਾਕਟਰ ਮਨਜੀਤ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਹਾਲਾਂਕਿ ਅਸਤੀਫਾ ਦੇਣ ਦਾ ਕਾਰਨ ਉਹਨਾਂ ਨੇ ਨਿੱਜੀ ਦੱਸਿਆ ਹੈ। ਨਵੀਂ ਕੈਬਨਿਟ ਦੇ ਵਿਸਥਾਰ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਮੰਤਰੀਆਂ ਦੀ ਚੋਣ ਤੇ ਨਿਸ਼ਾਨਾ ਸਾਧਿਆ ਹੈ। ਆਮ ਆਦਮੀ ਪਾਰਟੀ ਨੇ ਕਾਂਗਰਸ ਦੀ ਕੈਬਨਿਟ ਦੇ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਨਾਲ ਲੱਥਪੱਥ ਵਿਅਕਤੀਆਂ ਨੂੰ ਮੰਤਰੀਆਂ ਵਜੋਂ ਸ਼ਾਮਲ ਕਰਨ ਦੀ ਨਿਖੇਧੀ ਕਰਦਿਆਂ ਇਸ ਨੂੰ ਲੋਕਤੰਤਰ ਦੀ ਤੋਹੀਨ ਦੱਸਿਆ। ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਤੇ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਨਵੀਂ ਕੈਬਨਿਟ ਦੇ ਵਿੱਚ ਦਾਗੀ ਮੰਤਰੀਆਂ ਦੀ ਸ਼ਮੂਲੀਅਤ ਤੋਂ ਸਪਸ਼ਟ ਹੋ ਗਿਆ ਕਿ ਚਰਨਜੀਤ ਸਿੰਘ ਚੰਨੀ ਵੀ ਇਸੇ ਹੀ ਗੈਂਗ ਦਾ ਹਿੱਸਾ ਨੇ। ਕਾਂਗਰਸ ਸਿਰਫ ਮੁੱਖ ਮੰਤਰੀ ਦਾ ਚਿਹਰਾ ਬਦਲ ਕੇ ਇੱਕ ਵਾਰ ਫਿਰ ਲੋਕਾਂ ਦੀਆਂ ਵੋਟਾਂ ਲੁੱਟਣ ਤੇ ਉਤਾਰੂ ਹੈ। ਉਹਨਾਂ ਕਿਹਾ ਕਿ ਗਾਂਧੀ ਪਰਿਵਾਰ ਪੰਜਾਬ ਦੀ ਕੈਬਨਿਟ ਦੇ ਵਿੱਚ ਮਾਫੀਆ ਰਾਜ ਚਲਾਉਣ ਵਾਲੇ ਲੋਕਾਂ ਨੂੰ ਸ਼ਾਮਲ ਕਰਕੇ ਪੰਜਾਬ ਦੇ ਕੁਦਰਤੀ ਸਰੋਤਾਂ ਨੂੰ ਲੁੱਟਣਾ ਚਾਹੁੰਦਾ ਹੈ। ਪਹਿਲਾਂ ਕਹਿੰਦੇ 4.5 ਸਾਲ ਕੈਪਟਨ ਸਾਹਿਬ ਤੇ ਉਹਨਾਂ ਦੇ ਕਰੀਬੀਆਂ ਨੇ ਪੰਜਾਬ ਨੂੰ ਖੂਬ ਲੁੱਟਿਆ ਤੇ ਹੁਣ ਚੋਣਾਂ ਦੇ ਨੇੜੇ ਲੋਕਾਂ ਦੇ ਵਿਰੋਧ ਤੋਂ ਬਚਣ ਲਈ ਕਾਂਗਰਸ ਨੇ ਉਹਨਾਂ ਨੂੰ ਬਦਲ ਕੇ ਪਾਕ ਸਾਫ਼ ਹੋਣ ਦਾ ਸਿਰਫ ਢੋਂਗ ਰਚਿਆ ਹੈ। ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਗੁਰਕੀਰਤ ਸਿੰਘ ਕੋਟਲੀ ਨੂੰ ਪੰਜਾਬ ਦੀ ਕੈਬਨਿਟ ਵਿੱਚ ਸ਼ਾਮਲ ਕਰਨ ਉੱਤੇ ਸਖਤ ਇਤਰਾਜ਼ ਜ਼ਾਹਿਰ ਕਰਦਿਆਂ ਚੀਮਾ ਨੇ ਕਿਹਾ ਕਿ ਅੰਤਰਰਾਸ਼ਟਰੀ ਧੀ ਦਿਵਸ ਮੌਕੇ ਧੀਆਂ ਦੀ ਪੱਤ ਲੁੱਟਣ ਵਾਲੇ ਕੋਟਲੀ ਨੂੰ ਕੈਬਨਿਟ ਦੇ ਵਿੱਚ ਸ਼ਾਮਲ ਕਰਨਾ ਅਤਿਮੰਦ ਭਾਗਾ ਹੈ। ਉਹਨਾਂ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ਇਸ ਤੇ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਹੈ।
ਰਾਣਾ ਗੁਰਜੀਤ ਦਾ ਨਾਮ ਲੈਂਦਿਆਂ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਰਾਣਾ ਗੁਰਜੀਤ ਰੇਤ ਮਾਫੀਆ ਦਾ ਸਰਗਨਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਚਰਨਜੀਤ ਸਿੰਘ ਚੰਨੀ ਤੋਂ ਭਾਰੀ ਉਮੀਦਾਂ ਸੀ ਕਿ ਸ਼ਾਇਦ ਉਹ ਕੁਝ ਵੱਖਰਾ ਕਰਨਗੇ, ਕਿਉਂਕਿ ਉਹ ਆਮ ਆਦਮੀ ਹੋਣ ਦਾ ਦਾਅਵਾ ਜੋ ਕਰਦੇ ਨੇ, ਪਰ ਉਹਨਾਂ ਦੀ ਕਹਿਣੀ ਤੇ ਕਥਨੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਸਾਫ਼ ਦਿਖਾਈ ਦੇ ਰਿਹਾ ਹੈ। ਚੀਮਾ ਨੇ ਕਿਹਾ ਕਿ ਕਾਂਗਰਸ ਨੇ ਮੁੱਖ ਮੰਤਰੀ ਦਾ ਮਖੌਟਾ ਬਦਲ ਕੇ ਸਿਰਫ ਅਲੀ ਬਾਬਾ ਹੀ ਬਦਲਿਆ, ਜਦਕਿ ਉਹਨਾਂ ਦੇ 40 ਚੋਰ ਹੁਣ ਵੀ ਉੱਥੇ ਹੀ ਮੌਜੂਦ ਨੇ। ਦਰਅਸਲ ਇਹ 1994 ਦਾ ਮਸਲਾ ਹੈ, ਜਦੋਂ ਪੰਜਾਬ ਘੁੰਮਣ ਆਈ ਫਰਾਂਸੀਸੀ ਕੁੜੀ ਕੇਤੀਆ ਨੂੰ ਚੰਡੀਗੜ੍ਹ ਦੇ ਇੱਕ ਚੌਰਾਹੇ 'ਚੋਂ ਜਬਰੀ ਅਗਵਾ ਕਰਕੇ ਉਸ ਨਾਲ ਜ਼ਬਰਦਸਤੀ ਕੀਤੀ ਗਈ ਸੀ। ਇਸ ਸੰਬੰਧ ਵਿੱਚ ਭਾਰਤ ਦੇ ਵਫਾਦਾਰ ਕਾਂਗਰਸੀ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਗੁਰਕੀਰਤ ਸਿੰਘ ਕੋਟਲੀ ਤੇ ਮੁਕੱਦਮਾ ਚੱਲਿਆ ਸੀ। ਬੇਵਸ ਕੇਤੀਆ ਕੁਝ ਦਿਨ ਅਖਬਾਰਾਂ ਦੇ ਪਹਿਲੇ ਪੰਨਿਆਂ ਦੀਆਂ ਸੁਰਖੀਆਂ ਬਣੀ ਤੇ ਫਿਰ ਸਰਕਾਰੀ ਦਬਾਅ ਅੱਗੇ ਮਾਮਲੇ ਦੀ ਪੈਰਵਾਈ ਨਾ ਕਰ ਸਕੀ, ਵਾਪਸ ਫਰਾਂਸ ਮੁੜ ਗਈ ਤੇ ਗੁਰਕੀਰਤ ਸਿੰਘ ਕੋਟਲੀ ਬਰੀ ਹੋ ਗਏ। ਆਖਰੀ ਵਾਰ 2017 ਦੇ ਵਿੱਚ ਕੇਤੀਆ ਨੇ ਪੰਜਾਬ ਦੇ ਇੱਕ ਅੰਗਰੇਜ਼ੀ ਅਖਬਾਰ ਨੂੰ ਚਿੱਠੀ ਲਿਖ ਕੇ ਭਾਰਤੀ ਨਿਆਂ ਪ੍ਰਬੰਧ ਨੂੰ ਲਾਹਨਤਾਂ ਪਾਈਆਂ ਸੀ ਤੇ ਕਿਹਾ ਸੀ ਕਿ ਮੈਂ ਉਸ ਜ਼ਖਮ ਨੂੰ ਕਦੇ ਨਹੀਂ ਭੁੱਲ ਸਕੀ। ਤੇ ਚਰਨਜੀਤ ਸਿੰਘ ਚੰਨੀ ਨੇ ਉਸੇ ਗੁਰਕੀਰਤ ਸਿੰਘ ਕੋਟਲੀ ਨੂੰ ਪੰਜਾਬ ਦੀ ਕੈਬਨਿਟ ਦੇ ਵਿੱਚ ਥਾਂ ਦਿੱਤਾ ਹੈ ਤੇ ਪੰਜਾਬ ਦੇ ਲੋਕਾਂ ਦਾ ਵਜ਼ੀਰ ਬਣਾਇਆ ਹੈ। ਸ਼ੇਅਰ ਬਾਜ਼ਾਰ ਦੀ ਗੱਲ ਕਰ ਲਈਏ ਤਾਂ ਤੇਜ਼ੀ ਦਾ ਦੌਰ ਸੋਮਵਾਰ ਨੂੰ ਵੀ ਜਾਰੀ ਰਿਹਾ। ਰਿਕਾਰਡ ਸਿਖਰ ਤੇ ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 29.41 ਨੁਕਤਿਆਂ ਦੇ ਉਛਾਲ ਨਾਲ ਆਪਣੇ ਸਿਖਰਲੇ ਪੱਧਰ 60,000 ਤੋਂ ਉੱਤੇ ਬੰਦ ਹੋਇਆ। ਇਸ ਦੇ ਨਾਲ NSE ਦਾ ਨਿਫਟੀ ਵੀ 1.90 ਨੁਕਤਿਆਂ ਦੇ ਉਭਾਰ ਨਾਲ 17,855.10 ਦੇ ਰਿਕਾਰਡ ਪੱਧਰ ਤੇ ਬੰਦ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦਾ ਰਸਮੀ ਆਗਾਜ਼ ਕਰ ਦਿੱਤਾ, ਜਿਸ ਦੇ ਤਹਿਤ ਹਰੇਕ ਨਾਗਰਿਕ ਦੇ ਕੋਲ ਹੁਣ ਸਿਹਤ ID ਹੋਏਗੀ। ਮਿਸ਼ਨ ਤਹਿਤ ਹਰੇਕ ਨਾਗਰਿਕ ਦੀ ਵੱਖਰੀ ਸਿਹਤ ID ਯਕੀਨੀ ਬਣੇਗੀ। ਮਿਸ਼ਨ ਤਹਿਤ ਮਰੀਜ਼ਾਂ ਦੇ ਮੈਡੀਕਲ ਰਿਕਾਰਡ ਦੀ ਡਿਜੀਟਲ ਫਾਰਮੈਟ ਦੇ ਵਿੱਚ ਸਾਂਭ ਸੰਭਾਲ ਕੀਤੀ ਜਾਵੇਗੀ। ਇੰਨਾ ਹੀ ਨਹੀਂ, ਮਿਸ਼ਨ ਤਹਿਤ ਸਿਹਤ ਖੇਤਰ ਨਾਲ ਜੁੜੇ ਸਾਰੇ ਭਾਈਵਾਲਾਂ ਨੂੰ ਇੱਕ ਮੰਚ ਤੇ ਲਿਆਂਦਾ ਜਾਵੇਗਾ ਤੇ ਨਾਗਰਿਕਾਂ ਲਈ ਚੋਣ ਕਰਨੀ ਸੌਖੀ ਹੋ ਜਾਏਗੀ। ਮੋਦੀ ਨੇ ਮਿਸ਼ਨ ਦੇ ਆਗਾਜ਼ ਨੂੰ ਭਾਰਤ ਵਿੱਚ ਸਿਹਤ ਸੁਧਾਰਾਂ ਦੇ ਖੇਤਰ ਵਿੱਚ ਬੇਮਿਸਾਲ ਗੇੜ ਕਰਾਰ ਦਿੱਤਾ। ਉਹਨਾਂ ਕਿਹਾ ਕਿ ਡਿਜੀਟਲ ਸਿਹਤ ਮਿਸ਼ਨ ਭਾਰਤ ਦੇ ਵਿੱਚ ਸਿਹਤ ਸੰਭਾਲ ਨਾਲ ਜੁੜੀਆਂ ਸੇਵਾਵਾਂ ਦੀ ਡਿਲੀਵਰੀ ਵਿੱਚ ਇਨਕਲਾਬ ਲਿਆਉਣ ਦੇ ਸਮਰੱਥ ਹੈ ਤੇ ਇਸ ਦਾ ਦੇਸ਼ ਦੇ ਗਰੀਬ ਤੇ ਮੱਧ ਵਰਗ ਨੂੰ ਵੱਡਾ ਫਾਇਦਾ ਮਿਲੇਗਾ। ਅਗਲੀ ਖਬਰ ਜਨਗਣਨਾ ਦੇ ਨਾਲ ਜੁੜੀ ਹੋਈ ਹੈ। ਕੇਂਦਰ ਸਰਕਾਰ ਨੇ ਪਛੜੀਆਂ ਸ਼੍ਰੇਣੀਆਂ ਦੀ ਜਾਤੀ ਜਨਗਣਨਾ ਤੇ ਮੁੱਦੇ ਤੇ ਸਥਿਤੀ ਸਪਸ਼ਟ ਕਰ ਦਿੱਤੀ ਹੈ, ਜਿਸ ਦੀ ਸਿਆਸੀ ਹਲਕਿਆਂ ਦੇ ਵਿੱਚ ਚਰਚਾ ਤੇਜ਼ ਹੋ ਗਈ ਹੈ। ਕੇਂਦਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਸਨੇ 2021 ਦੀ ਜਨਗਣਨਾ ਦੇ ਵਿੱਚ OBC ਦੀ ਗਿਣਤੀ ਨਾ ਕਰਨ ਦਾ ਫੈਸਲਾ ਲਿਆ ਹੈ, ਯਾਨੀ ਕਿ ਸਰਕਾਰੀ ਜਨਗਣਨਾ ਤੋਂ OBC ਵਰਗ, ਅਦਰ ਬੈਕਵਰਡ ਕਲਾਸਿਸ ਯਾਨੀ ਕਿ ਹੋਰ ਪਛੜੀਆਂ ਜਾਤੀਆਂ ਜਿਹੜੀਆਂ ਨੇ ਉਹ ਬਾਹਰ ਰਹਿਣਗੀਆਂ। ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਦਾਖਲ ਕਰਦਿਆਂ ਸਰਕਾਰ ਨੇ ਕਿਹਾ ਹੈ ਕਿ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਨੂੰ ਛੱਡ ਕੇ ਪਛੜੀਆਂ ਸ਼੍ਰੇਣੀਆਂ ਦੀ ਜਾਤੀ ਆਧਾਰਿਤ ਜਨਗਣਨਾ ਇੱਕ ਬਹੁਤ ਹੀ ਗੁੰਝਲਦਾਰ ਪ੍ਰਸ਼ਾਸਕੀ ਕੰਮ ਹੈ। ਇਸ ਤੋਂ ਸੰਪੂਰਨ ਜਾਂ ਸਹੀ ਜਾਣਕਾਰੀ ਹਾਸਲ ਨਹੀਂ ਕੀਤੀ ਜਾ ਸਕਦੀ। ਸਰਕਾਰ ਦਾ ਕਹਿਣਾ ਹੈ ਕਿ ਅਜਿਹੀ ਜਾਣਕਾਰੀ ਨੂੰ ਜਨਗਣਨਾ ਦੇ ਦਾਇਰੇ ਤੋਂ ਬਾਹਰ ਰੱਖਣਾ ਨੀਤੀਗਤ ਫੈਸਲਾ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।